तेरे कवन कवन गुण कह गावा। तू साहिब गुणी निधाना। तुमरी महिमा बरन ना सको। तुम ठाकुर उच्च भगवाना। जुग जुग अटल शब्द गुरु धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਗੁਰ ਇਤਿਹਾਸ ਤੇ ਗੁਰ ਸਿਧਾਂਤ ਨਾਲ ਸਾਂਝ ਪਾਉਣ ਲਈ ਜ਼ੂਮ ਦੇ ਰਾਹੀਂ ਜੁੜ ਬੈਠੀ ਸਰਬਤ ਸੰਗਤ ਜੀਓ ਸਿਮਰਤ ਅਤੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਰਮੇਸ਼ਰ ਜੀ ਦੀ ਅਪਾਰ ਕਿਰਪਾ ਸਦਕਾ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਅੱਜ ਆਪਾਂ ਜਿਹੜੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਉਹ ਮਾਝ ਰਾਗ ਵਿੱਚ ਹੈ। ਮਾਝ ਮਹੱਲਾ ਚੌਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 95 ਤੇ ਸੁਭਾਇਮਾਨ ਹੈ। ਸ਼ਬਦ ਦਾ ਪਾਠ ਕਰ ਲੈਂਦੇ ਹਾਂ। ਲੰਮੇਰਾ ਸ਼ਬਦ ਨਹੀਂ ਹੈ ਤੇ ਜੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਤਾਂ ਗਲਾ ਮਾੜਾ ਮੋਟਾ ਕਿਉਂਕਿ ਬਿਮਾਰੀ ਕਰਕੇ ਹਾਲੇ ਬਿਲਕੁਲ ਪਰਫੈਕਟ ਨਹੀਂ ਹੈ ਪਰ ਆਪ ਸੇਵਾ ਲੈ ਲੈਣਗੇ ਤਰਸ ਕਰਕੇ। ਮਾਝ ਮਹੱਲਾ ਚੌਥਾ। ਮਾਝ ਰਾਗ ਦਾ ਨਾਮ ਹੈ ਜੀ। ਮਹੱਲਾ ਚੌਥਾ ਭਾਵ ਬਾਬਾ ਨਾਨਕ ਜੀ ਨੇ ਚੌਥੇ ਜਾਮੇ ਵਿੱਚ ਜਿਨ੍ਹਾਂ ਦੇ ਰਾਹੀਂ ਇਹ ਸ਼ਬਦ ਬਖਸ਼ਿਸ਼ ਹੋਇਆ। ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ। ਜਗ ਭਉ ਜਲ ਦੁਤਰ ਤਰੀਐ ਜੀਓ। ਆਓ ਸਖੀ ਹਰ ਮੇਲ ਕਰੇ ਹਾ। मेरे प्रीतम का मैं दे स्नेहा। मेरा मित्र सखा सो प्रीतम भाई। मैं दसे हर नर हरिय जियो। मेरी बेदन हर गुर पूरा जाने। हो रह ना सका बिन नाम बखाने। मैं औखद मंत्र दीजै गुर पूरे। मैं हर हर नाम उधरिए जियो। हम चात्रिक दीन सतगुर शरणाई। हर हर नाम बूंद मुख पाई। हर जल निद हम जल के मीने। जन नानक जल बिन मरिए जियो। जन नानक जल बिन मरिए जियो। चार पद्यों का शब्द है और इच रहाव नहीं है। पहले पदे गुरुदेव पिता बख्शिश कर रहे ने हर गुण पढ़ी है हर गुण गुणी है हर हर नाम कथा नित सुनी है। मिल सत संगत हर गुण गाए। जग भौजल दुतर तरीए जियो। साहिबा ने संसार की जिहड़ी यात्रा है साडे जीवन काल दी इहनूं भै सागर भौजल विखम सागर इन्हां शब्दां नाल संबोधित
ਸੰਬੋਧਨ ਕੀਤਾ ਵੀ ਇਹ ਰਸਤਾ ਬੜਾ ਔਖਾ ਹੈ ਤੇ ਜਿੱਥੇ ਔਗਣਾਂ ਦੇ ਵਿਕਾਰਾਂ ਦੇ ਅਗਨੀ ਰੂਪੀ ਜਲ ਵਿੱਚ ਡੁੱਬਣ ਦੀ ਸੰਭਾਵਨਾ ਬਹੁਤ ਬਣੀ ਰਹਿੰਦੀ ਹੈ ਹਰ ਪਲ ਹਰ ਛਿਨ। ਚਿੱਕੜ ਵੀ ਹੈ ਮੋਹ ਮਾਇਆ ਦਾ। ਗੁਰੂ ਸਾਹਿਬ ਨੇ ਅਗਨੀ ਵੀ ਕਿਹਾ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਬਿਖ ਵੀ ਆਖਿਆ ਸੰਸਾਰ ਦੇ ਇਹਨਾਂ ਰੰਗ ਤਮਾਸ਼ਿਆਂ ਨੂੰ, ਬਾਬਾ ਬਿਖ ਦੇਖਿਆ ਸੰਸਾਰ। ਸੋ ਸਾਹਿਬਾਂ ਨੇ ਇੱਥੇ ਨਿਰਣਾ ਬਖਸ਼ਿਸ਼ ਕੀਤਾ ਹੈ ਆਪਣੇ ਪਾਵਨ ਬਚਨਾਂ ਰਾਹੀਂ ਵੀ ਜੇ ਇਸ ਭਉਜਲ ਦੁੱਤਰ ਜਿਹੜਾ ਔਖਾ ਤਰਨਾ ਹੈ, ਜਿਹਨੂੰ ਪਾਰ ਕਰਨਾ ਦੁਸ਼ਵਰ ਹੈ, ਕਠਿਨ ਹੈ ਬਹੁਤ। ਕਹਿੰਦੇ ਇਸ ਜੀਵਨ ਦੇ ਯਾਤਰਾ ਵਿੱਚ ਇਸ ਸੰਸਾਰ ਸਾਗਰ ਨੂੰ, ਭਉਜਲ ਨੂੰ ਪਾਰ ਕਰਨਾ ਬੜਾ ਔਖਾ ਹੈ। ਲੇਕਿਨ ਜੇ ਸੰਗਤ ਵਿੱਚ ਮਿਲ ਕੇ ਹਰੀ ਦੇ ਕੋਈ ਗੁਣ ਗਾਏ ਤਾਂ ਇਹ ਔਖਾ ਭਉਜਲ ਸਾਗਰ ਵੀ ਸੁਖੈਨ ਹੋ ਜਾਂਦਾ, ਤਰਿਆ ਜਾ ਸਕਦਾ ਹੈ। ਸੋ ਜੁਗਤ ਜਿਹੜੀ ਬਖਸ਼ਿਸ਼ ਕੀਤੀ ਹੈ ਗੁਰੂਦੇਵ ਪਿਤਾ ਨੇ ਕਿ ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਏ। ਇਹ ਸ਼ੁਰੂ ਦੀਆਂ ਅਵਸਥਾਵਾਂ ਨੇ, ਪੜ੍ਹਨਾ, ਸੁਣਨਾ, ਗਾਉਣਾ, ਔਰ ਜ਼ਰੂਰੀ ਕਿਰਿਆਵਾਂ ਨੇ। ਮੈਂ ਸਮਝਦਾ ਸਾਹਿਬਾਂ ਦਾ ਪਾਵਨ ਬਚਨ ਹੈ, ਬਾਣੀ ਦੇ ਵਿੱਚ ਵੀ ਸਪਸ਼ਟਤਾ ਆਪਾਂ ਹੁਣੇ ਵਿਚਾਰ ਵਿੱਚ ਕਰਾਂਗੇ ਵੀ ਇੱਕੋ ਹੀ ਕੰਮਾਂ ਲਈ, ਇੱਕੋ ਜਿਹੇ ਕੰਮਾਂ ਲਈ ਕਿਤੇ ਗੁਰਦੇਵ ਪਿਤਾ ਇਹ ਕਹਿੰਦੇ ਨੇ ਵੀ ਇਹਦਾ ਫਾਇਦਾ ਕੁਛ ਨਹੀਂ, ਕਿਤੇ ਸਾਨੂੰ ਹੁਕਮ ਕਰਦੇ ਨੇ। ਸੋ ਸਾਨੂੰ ਸਪਸ਼ਟਤਾ ਸਿਧਾਂਤ ਦੀ ਗੁਰੂ ਦੇ ਬਚਨਾਂ ਦੀ ਲੈਣੀ ਆਪਾਂ। ਸਾਹਿਬਾਂ ਨੇ ਇੱਕ ਹੁਕਮ ਬਖਸ਼ਿਸ਼ ਕੀਤਾ ਸਾਨੂੰ ਸਾਰੇ ਜਗਤ ਨੂੰ ਵੀ ਭਾਈ ਤੂੰ ਕੀ ਕਰਨ ਆਇਆ। ਜੇ ਤੇਰੇ ਮਨ 'ਚ ਕਦੇ ਇਹ ਫੁਰਨਾ ਆਉਂਦਾ, ਸਵਾਲ ਆਉਂਦਾ ਵੀ ਮੇਰਾ ਆਉਣ ਦਾ ਰੱਬ ਨੇ ਬਣਾਇਆ ਕਿਉਂ, ਮੈਨੂੰ ਕਾਹਦੇ ਲਈ ਭੇਜਿਆ, ਤਾਂ ਸਾਹਿਬਾਂ ਨੇ ਉਹ ਸਪਸ਼ਟ ਕੀਤਾ, ਮਨੋਰਥ ਆਇਓ ਸੁਣਨ ਪੜਨ ਕੋ ਬਾਣੀ। ਕਿ ਤੂੰ ਆਪਣੀ ਕਿਰਤ ਕਰਮ ਕਰਕੇ ਉਸ ਮਾਲਕ ਤੋਂ ਵਿਛੜਿਆ ਔਰ ਤੈਨੂੰ ਮਦਦਗਾਰ ਨਿਰੰਕਾਰ ਨੇ ਬੋਹਿਤ ਦੇ ਰੂਪ ਦੇ ਵਿੱਚ, ਮਲਾਹ ਦੇ ਰੂਪ ਦੇ ਵਿੱਚ, ਗਾਈਡ ਦੇ ਰੂਪ ਦੇ ਵਿੱਚ, ਤੇਰੇ ਮਾਰਗਦਰਸ਼ਕ ਦੇ ਰੂਪ 'ਚ, ਤੇਰੇ ਸਹਾਇਕ ਦੇ ਰੂਪ ਦੇ ਵਿੱਚ ਸਮਰੱਥ ਗੁਰੂ ਨੂੰ ਭੇਜਿਆ। ਸਮਰੱਥ ਗੁਰੂ ਦੇ ਬਚਨਾਂ ਨੂੰ ਸੁਣਨਾ ਵੀ ਹੈ, ਪੜ੍ਹਨਾ ਵੀ ਹੈ। ਗਾਉਣ ਦੀ ਵੀ ਹਿਦਾਇਤ ਹੈ ਬਾਣੀ ਵਿੱਚ। ਗੁਰਬਾਣੀ ਗਾਵੇਂ ਭਾਈ ਉਹ ਸਫਲ ਸਦਾ ਸੁਖਦਾਈ। ਉਹਨੂੰ ਕੀਰਤ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ 'ਚ ਗਾਉਣ ਦੀ ਵੀ ਹੈ। ਉਹਨੂੰ ਵਿਚਾਰ ਦੇ ਰੂਪ 'ਚ, ਕਥਾ ਦੇ ਰੂਪ ਦੇ ਵਿੱਚ ਸੁਣਨ ਪੜ੍ਹਨ ਦੀ ਵੀ ਤਾਕੀਦ ਹੈ। ਲੇਕਿਨ ਕੋਈ ਵੀ ਜੁਗਤ ਨਾਲ, ਕਿਸੇ ਵੀ ਤਰਕੀਬ ਨਾਲ ਬਾਣੀ ਨੂੰ ਸੁਣਿਆ, ਪੜ੍ਹਿਆ, ਗਾਇਆ, ਅਗਰ ਵਿਚਾਰਿਆ ਨਹੀਂ ਗਿਆ ਤਾਂ ਉਹ ਲਾਭ ਨਹੀਂ ਦੇਣ ਵਾਲਾ ਬਹੁਤਾ। ਜੋ ਸਾਹਿਬ ਇੱਥੇ ਬਖਸ਼ਿਸ਼ ਕਰ ਨੇ ਹਰ ਗੁਣ ਪੜ੍ਹੀ ਹੈ ਕਿ ਗੁਰੂ ਦੀ ਬਾਣੀ ਨੂੰ ਪੜ੍ਹਨਾ ਤੇ ਉਹਦੇ ਚੋਂ ਪੜ੍ਹਨਾ, ਪੜ੍ਹ ਕੇ ਸਿੱਖਣਾ ਕੀ ਹੈ। ਕੋਈ ਵੀ ਆਪਾਂ ਵਿਦਿਆ ਹਾਸਲ ਕਰਦੇ ਹਾਂ, ਚਾਹੇ ਦੁਨਿਆਵੀ ਹੋਵੇ ਕੋਈ, ਤਾਂ ਉਹਦੇ ਚੋਂ ਕੁਝ ਨੌਲੇਜ ਗੇਨ ਕਰਨ ਦਾ ਪਰਪਸ ਹੁੰਦਾ, ਮਨੋਰਥ ਹੁੰਦਾ ਸਾਡਾ ਕਿ ਉਹ ਚੋਂ ਗਿਆਨ ਅਰਜਿਤ ਕਰਨਾ, ਕੁਝ ਸਿੱਖਣਾ। ਤੋ ਹਰੀ ਦੇ ਗੁਣ ਨੂੰ ਪੜ੍ਹਨਾ ਭਾਵ ਕਿ ਹਰੀ ਦੇ ਗੁਣਾਂ ਨੂੰ ਜਾਣਨਾ ਗੁਰੂ ਕੋਲੋਂ ਔਰ ਉਹਨਾਂ ਗੁਣਾਂ ਨੂੰ ਧਾਰਨ ਕਰਨਾ। ਧਾਰਨ ਬੰਦਾ ਤਾਂ ਕਰਦਾ ਜੇ ਕਿਸੇ ਗੁਣ ਤੋਂ ਪ੍ਰਭਾਵਿਤ ਹੋਵੇ। ਪ੍ਰਭਾਵਿਤ ਤਾਂ ਹੋਏਗਾ ਜੇ ਗੁਣ ਬਾਰੇ ਪਤਾ ਹੋਏਗਾ। ਗੁਰੂ ਔਰ ਪਰਮੇਸ਼ਰ ਗੁਰਬਾਣੀ 'ਚ ਐਸੇ ਬਹੁਤ ਸਾਰੇ ਪਾਵਨ ਬਚਨ ਨੇ ਜਿੱਥੇ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਗੁਰੂ ਪਰਮੇਸ਼ਰ ਗੁਣਾਂ ਦੇ ਖਜ਼ਾਨੇ ਨੇ, ਗੁਣਾਂ ਦੇ ਸਾਗਰ ਨੇ, ਰਤਨਾਂ ਦੇ ਸਾਗਰ ਨੇ, ਗੁਣ ਨਿਧਾਨ ਨੇ। ਸੋ ਉਹਨਾਂ ਦੇ ਗੁਣਾਂ ਦਾ ਤਾਂ ਲੇਖਾ ਜੋਖਾ ਸਾਡੇ ਕੋਲੋਂ ਹੋ ਨਹੀਂ ਸਕਦਾ, ਸਾਡੀ ਸਮਰੱਥਾ ਨਹੀਂ। ਲੇਕਿਨ ਪੂਰਾ ਹੀ ਗੁਰੂ ਰਹਿਮਤ ਕਰਕੇ ਸਤਿਗੁਰੂ ਸਾਨੂੰ ਉਹਨਾਂ ਮਾਲਕ ਦੇ ਬੇਅੰਤ ਗੁਣਾਂ ਨਾਲ ਸਾਂਝ ਪਾ ਦਿੰਦੇ ਨੇ। ਉਹ ਪੈਣੀ ਸੁਣ ਕੇ, ਪੜ੍ਹ ਕੇ, ਗਾ ਕੇ, ਵਿਚਾਰ ਕੇ। ਜਿਹੜਾ ਆਹ ਬਚਨ ਹੈ ਗੁਣੀ ਹੈ, ਗੁਣੀਆਂ ਦਾ ਭਾਵ ਹੁੰਦਾ ਸਮਝਣਾ, ਵਿਚਾਰਨਾ। ਔਰ ਸਾਹਿਬਾਂ ਦੇ ਸਪਸ਼ਟ ਵੀ ਬਚਨ ਨੇ, ਆਪਾਂ ਸਾਰਿਆਂ ਨੇ ਬਹੁਤ ਵਾਰੀ ਰੋਜ਼ ਸੁਣਦੇ ਹਾਂ ਵੀ ਗੁਰੂ ਪਾਤਸ਼ਾਹ ਨੂੰ ਗੁਰੂਦੁਆਰੇ ਬੇਅੰਤ ਲੋਕ ਨਮਸਕਾਰ ਕਰਨ ਆਉਂਦੇ ਨੇ, ਮੱਥਾ ਟੇਕਣ ਆਉਂਦੇ ਨੇ ਆਪਣੇ ਵੱਲੋਂ, ਆਪਣੀ ਭਾਵਨਾ ਅਨੁਸਾਰ। ਕਿਉਂਕਿ ਸਾਹਿਬਾਂ ਨੇ ਆਖਿਆ ਵੀ ਪ੍ਰਵਾਨ ਕਿਹਦਾ ਮੱਥਾ ਟੇਕਿਆ, ਕਿਹਦੀ ਹਾਜ਼ਰੀ ਪ੍ਰਵਾਨ ਹੈ ਉੱਥੇ ਗਏ ਹੋਏ ਦੀ।
और साहिबां ने ਉਹਦੇ 'ਚ ਬਿਲਕੁਲ ਸਪਸ਼ਟ ਬਚਨ ਬਖਸ਼ਿਸ਼ ਕੀਤੇ ਹੋਏ ਨੇ। ਸਤਿਗੁਰ ਨੂੰ ਸਭ ਕੋ ਦੇਖਦਾ, जेता जगत संसार डिठै, मुक्त ना होवई, चिचर शब्द ना करे विचार। कि केवल ਅੱਖਾਂ ਰਾਹੀਂ ਗੁਰਬਾਣੀ ਦੇ ਦੀਦਾਰ ਕਰ ਲੈਣ ਨਾਲ ਔਗਣਾਂ ਤੋਂ, ਮਾਇਆ ਦੇ ਜੰਜਾਲਾਂ ਤੋਂ, ਮਾਇਆ ਦੀਆਂ ਫਾਹੀਆਂ ਤੋਂ ਮੁਕਤੀ ਖਲਾਸੀ ਨਹੀਂ ਹੋਣੀ। ਖਲਾਸੀ ਨਹੀਂ ਹੋਏਗੀ ਤਾਂ ਉਹਦੇ ਮਾਲਕ ਦੇ ਮਿਲਾਪ ਵਾਲੇ ਰਾਹ ਤੇ ਉੱਥੇ ਤੁਰ ਨਹੀਂ ਸਕਦੇ। ਤੁਰਾਂਗੇ ਤਾਂ ਜੇ ਆਜ਼ਾਦ ਹੋਵਾਂਗੇ। ਪੈਰਾਂ 'ਚ ਬੇੜੀਆਂ, ਹੱਥਾਂ 'ਚ ਬੇੜੀਆਂ, ਇਹਨਾਂ ਗਿਆਨ ਇੰਦਰੀਆਂ 'ਚ ਬੇੜੀਆਂ ਕੱਟੀਆਂ ਹੋਣਗੀਆਂ। ਤੇ ਸੋ ਕਹਿਣ ਦਾ ਭਾਵ ਗੁਰੂ ਦੇ ਪਿਤਾ ਦਾ ਕਿ ਹਰੀ ਦੇ ਗੁਣ ਗੁਰੂ ਕੋਲੋਂ ਜਾਣਨੇ ਨੇ, ਬਾਣੀ ਦੇ ਰਾਹੀਂ ਉਹਨਾਂ ਨੂੰ ਗੁਣਨਾ, ਵਿਚਾਰਨਾ, ਸਮਝਣਾ ਤੇ ਉਹਨਾਂ ਨੂੰ ਅਪਣਾਉਣਾ। ਜਦੋਂ ਵਿਚਾਰ ਹੈ ਉਹਨੂੰ ਆਪਾਂ ਕਥਾ ਦਾ ਰੂਪ 'ਚ ਕਹਿ ਦਿੰਦੇ ਹਾਂ। ਸਾਹਿਬਾਂ ਨੇ ਦੋਨਾਂ ਹੀ ਇਹਨਾਂ ਜੁਗਤਾਂ ਦੀ ਸਿਫਤ ਕੀਤੀ ਹੈ ਬਾਣੀ ਵਿੱਚ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਤੇ ਕੀਰਤਨ ਬਾਰੇ ਵੀ ਸਾਹਿਬਾਂ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ ਹੈ ਬਚਨ ਕਿ ਉਹਦੀ ਕੀਰਤ ਕਰਨ ਨਾਲ ਤੇਰੀ ਮੈਲ ਉਤਰਦੀ ਹੈ ਹਉਮੈ ਦੀ, ਗੁਣ ਗਾਵੇ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਸੋ ਜੋ ਇਸ ਪਦੇ ਵਿੱਚ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ, ਗੁਰੂ ਦੀ ਸੰਗਤ ਵਿੱਚ, ਗੁਰੂ ਦੇ ਸ਼ਬਦ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰਨਾ ਔਰ ਫਿਰ ਉਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਉਤਾਰਨਾ, ਢਾਲਣਾ। ਹਰ ਹਰ ਨਾਮ ਕਥਾ ਨਿਤ ਸੁਣੀਏ, ਕਿ ਨਿਤਾ ਪ੍ਰਤੀ ਉਸ ਗੁਰੂ ਦੇ ਪਿਤਾ ਦੇ ਪਾਵਨ ਬਚਨਾਂ ਦੇ ਗੁਣਾਂ ਦੀ, ਵਿਚਾਰ ਦੀ, ਕਥਾ ਵਾਰਤਾ ਨੂੰ ਮਨ ਚਿਤ ਇਕਾਗਰ ਕਰਕੇ ਪ੍ਰਭੂ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚਿਤ ਸੁਣਨ। ਤੇ ਸੁਣਨ ਤੋਂ ਅੱਗੇ ਦੀਆਂ ਵੀ ਸਾਹਿਬਾਂ ਨੇ ਜਿਹੜੇ ਹੁਕਮ ਨੇ ਬੜੇ ਸਪਸ਼ਟ ਬਖਸ਼ਿਸ਼ ਕੀਤੇ ਹੋਏ ਨੇ। ਆਪਾਂ ਰੋਜ਼ ਹੀ ਪੜ੍ਹਦੇ ਹਾਂ, ਨਿਤਨੇਮ ਦੇ ਵਿੱਚ ਵੀ ਸੁਣਿਆ, ਮੰਨਿਆ, ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾਉ। ਜਾਂ ਪੜ੍ਹਦੇ ਹਾਂ ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਸੋ ਸੰਗਤ ਵਿੱਚ ਹਰੀ ਦੇ ਗੁਣ ਗਾਉਣੇ ਨੇ, ਪੜ੍ਹਨੇ ਨੇ, ਵਿਚਾਰਨੇ ਨੇ, ਤਾਂ ਕਿ ਇਹ ਸੰਸਾਰ ਸਾਗਰ ਜਿਹੜਾ ਦੁੱਤਰ ਹੈ, ਦੁਸ਼ਵਰ ਹੈ, ਮੁਸ਼ਕਲ ਹੈ ਜਿਹਨੂੰ ਤਰਨਾ, ਜਿਹਦੇ 'ਚ ਡੁੱਬਣ ਦੀ ਹਰ ਕਦਮ ਕਦਮ ਤੇ ਸੰਭਾਵਨਾ ਬਣੀ ਰਹਿੰਦੀ ਹੈ, ਇਹਨੂੰ ਸੁਖੈਨ, ਸੇਫ ਐਂਡ ਸਾਊਂਡ ਤਰ ਕੇ ਆਪਣੇ ਨਿੱਜ ਘਰ ਵਿੱਚ ਪਹੁੰਚ ਜਾਈਏ। ਇਹ ਤਾਂ ਸੰਭਵ ਹੋਏਗਾ ਜੇ ਇਹ ਗੁਰੂ ਦੇ ਬਚਨਾਂ ਨੂੰ ਇਸ ਢੰਗ ਨਾਲ ਸੁਣ ਕੇ, ਪੜ੍ਹ ਕੇ, ਮੰਨ ਕੇ ਕਮਾਵਾਂਗੇ। ਬਾਣੀ ਵਿੱਚ ਕਬੀਰ ਸਾਹਿਬ ਦੇ ਸ਼ਬਦ ਵਿੱਚ ਆਪਾਂ ਇਹ ਵੀ ਪੜ੍ਹਦੇ ਹਾਂ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। हर का नाम न जपस गवारा, क्या सोचें बारंबार। सो कोई मनुख अगर ये सोचे केवल रीडिंग करके या केवल सुन के बस हो गया काम, मैं, मेरा जीवन बदल जाएगा, मेरा मन सुरत उस निरंकार नाल जुड़ जाएगी, ਉਹਦੀ ਬੰਦਗੀ ਸਿਮਰਨ ਵਾਲੇ ਪਾਸੇ ਮਨ ਤੁਰ ਪਏਗਾ, ਸੰਸਾਰ ਦੇ ਜਿਹੜੇ ਦਿਖੇ ਦੇ ਰੰਗ ਤਮਾਸ਼ੇ ਨੇ ਵਿਸ਼ੇ ਵਿਕਾਰਾਂ ਦੇ ਉਧਰੋਂ ਹਟ ਜਾਏਗਾ, ਨਹੀਂ ਹੋਣਾ ਸੰਭਵ। ਸੋ ਇੱਥੇ ਕਹਿਣ ਦਾ ਉਹਨਾਂ ਦਾ ਭਾਵ ਹੈ ਕਿ ਜਿਵੇਂ ਕੇਵਲ ਪਾਠ ਪਠਨ ਕਰੀ ਜਾ ਰਹੇ ਨੇ, ਚਾਹੇ ਕੋਈ ਪੁਰਾਣਾ ਦਾ ਕਰ ਰਿਹਾ ਹੈ, ਚਾਹੇ ਕੁਰਾਨਾ ਦਾ ਕਰ ਰਿਹਾ ਹੈ, ਤੇ ਚਾਹੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਰ ਰਿਹਾ। ਸਾਹਿਬਾਂ ਨੇ ਤਾਂ ਬਚਨ ਸਪਸ਼ਟ ਬਖਸ਼ਿਸ਼ ਕੀਤੇ ਹੋਏ ਨੇ ਬਾਣੀ ਵਿੱਚ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਉਹਦੇ ਤਾਂ ਸਾਰਾ ਸਾਹਿਬਾਂ ਨੇ ਇਹਨਾਂ ਵਿੱਚ ਸਾਰ ਦੱਸ ਦਿੱਤਾ। ਸਾਰੀ ਉਮਰ ਪੜ੍ਹਦਾ ਰਹੋ ਭਾਈ, ਸਾਸ ਸਾਸ ਪੜ੍ਹਦਾ ਰਹੋ। ਲੇਕਿਨ ਜੇ ਉਹ ਪੜ੍ਹ ਕੇ, ਇੱਕ ਹੋਰ ਬਚਨ ਬੜਾ ਪਿਆਰਾ ਬਾਣੀ ਚ ਆਉਂਦਾ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਰ ਜਸ ਭਾਰ। ਕਹਿੰਦੇ ਅਗਰ ਪੜ੍ਹਨ ਤੱਕ ਸੀਮਤ ਰਹਿ ਗਏ ਔਰ ਸੁਣਨ ਤੱਕ ਸੀਮਤ ਰਹਿ ਗਏ ਤੇ ਗੁਣਨ ਵਾਲੇ ਪਾਸੇ, ਵਿਚਾਰ ਵਾਲੇ ਪਾਸੇ ਨਹੀਂ ਗਏ ਤੇ ਵਿਚਾਰ ਕੇ ਉਹਨੂੰ ਅਪਣਾਇਆ ਨਹੀਂ ਜੀਵਨ ਵਿੱਚ, ਕਹਿੰਦੇ ਫਿਰ ਏਦਾਂ ਹੈ ਵੀ ਕੰਠ ਦੀ ਬਹੁਤ ਹੈ ਬਾਣੀ, ਵੇਦ ਪੁਰਾਣਾ ਜਾਂ ਧਰਮ ਸ਼ਾਸਤਰ ਜੋ ਵੀ ਜਿਹਦੇ ਧਰਮ ਦੀ ਹੈਗੇ ਗ੍ਰੰਥ, ਉਹਨਾਂ ਨੂੰ ਕੰਠ ਵੀ ਬਹੁਤ ਨੇ, ਉਹਨਾਂ ਦੀ ਕਥਾ ਵਾਰਤਾ ਵਿਚਾਰ ਵੀ ਕੰਠ ਹੈ, ਲੋਕਾਂ ਨੂੰ ਸੁਣਾਉਂਦੇ ਵੀ ਨੇ।
पर जे आप नहीं मन रहे ਤਾਂ ਕਹਿੰਦੇ ਇਦਾਂ ਵੀ ਖੋਤੇ ਦੇ ਉੱਤੇ ਚੰਦਨ ਲੱਦਿਆ ਹੋਇਆ ਵੀ ਲੱਦਿਆ ਹੋਇਆ ਭਾਰ ਚੰਗਾ ਹੈ, ਉਹ ਮਿੱਟੀ ਘਟਾ ਨਹੀਂ ਹੈਗਾ ਵੀ ਜਿਵੇਂ ਕੁੰਭਾਰ ਮਿੱਟੀ ਢੋਂਦਾ ਹੈ ਭਾਂਡੇ ਬਣਾਉਣ ਵਾਲਾ। ਉਹ ਲੱਦਿਆ ਤਾਂ ਚੰਦਨ ਹੋਇਆ ਪਰ ਲੱਦਿਆ ਖੋਤੇ ਤੇ ਹੈ। ਉਹ ਕੰਮ ਕਿਸੇ ਨਹੀਂ, ਉਹਦੇ ਉਸ ਤੋਂ ਲਾਭ ਕੋਈ ਨਹੀਂ ਲੈ ਰਿਹਾ। ਸੋ ਇੱਥੇ ਸਾਨੂੰ ਸਪਸ਼ਟਤਾ ਬਿਲਕੁਲ ਹੋਣੀ ਚਾਹੀਦੀ ਹੈ ਕਿ ਜੋ ਗੁਰਦੇਵ ਪਿਤਾ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜਿਵੇਂ ਆਪਾਂ ਵੀ ਲੱਗੇ ਹੋਏ ਆ ਅਖੰਡ ਪਾਠ ਲੜੀਆਂ ਜਾਂ ਲੜੀਆਂ, ਉੱਥੋਂ ਬਾਹਰੋਂ ਬੈਠੇ ਬੁੱਕ ਕਰਾ ਦਿੰਦਾ, ਕੋਈ ਦਰਬਾਰ ਸਾਹਿਬ, ਕੋਈ ਸਾਲ ਬਾਅਦ ਵਾਰੀ, ਕੋਈ 2-2 ਸਾਲ ਬਾਅਦ ਵਾਰੀ। ਇਹ ਕਿਰਿਆਵਾਂ ਤਾਂ ਇਹ ਇਹੋ ਜਿਹੀਆਂ ਯੁਗਤਾਂ ਤਾਂ ਗੁਰਦੇਵ ਪਿਤਾ ਨੇ ਨਕਾਰੀਆਂ ਨੇ। ਉਹਨਾਂ ਨੇ ਤਾਂ ਕਿਹਾ ਬਾਣੀ ਨੂੰ ਪੜ੍ਹਨਾ, ਸੁਣਨਾ, ਗਾਉਣਾ, ਉਹਦੇ ਚੋਂ ਰਸ ਪੀਣਾ ਗੁਰੂ ਦੇ ਬਚਨਾਂ ਦੇ ਨਾਲ। ਔਰ ਇੱਕ ਬਚਨ ਆਪਾਂ ਹੋਰ ਜੋ ਬੜਾ ਪਿਆਰਾ ਬਚਨ ਹੈ, ਸਾਹਿਬਾਂ ਨੇ ਤਾਂ ਕਿਤੇ ਕੋਈ ਓਲਾ ਰੱਖਿਆ ਨਹੀਂ ਸਾਡੇ ਕੋਲੋਂ। ਔਰ ਕਿਉਂਕਿ ਅਸੀਂ ਸੰਸਾਰ ਦੇ ਜੀਵ ਬਹੁਤਾ ਸੁਰਤ ਜੋੜ ਕੇ ਸੁਣਦੇ ਨਹੀਂ ਅਸੀਂ ਬਾਣੀ ਨੂੰ, ਜਿਵੇਂ ਸੰਸਾਰ ਦੇ ਹੋਰ ਕਾਰ ਵਿਹਾਰਾਂ ਨੂੰ ਜਿੰਨੀ ਤਵੱਜੋ ਨਾਲ, ਜਿੰਨੀ ਕੰਸਨਟ੍ਰੇਸ਼ਨ ਨਾਲ ਸੁਣਦੇ, ਦੇਖਦੇ, ਪੜ੍ਹਦੇ ਆ, ਉਨੀ ਤਵੱਜੋ ਕੋਈ ਵਿਰਲਾ ਹੀ ਹੁੰਦੇ ਜਿੱਥੇ ਬਖਸ਼ਿਸ਼ ਹੋਵੇ। ਸੋ ਸਾਹਿਬਾਂ ਨੇ ਬਹੁਤ ਅਮੋਲਕ ਬਚਨ ਬਖਸ਼ਿਸ਼ ਕੀਤਾ ਹੈ, ਤੁਧ ਨੋ ਨਿਮਣ ਮੰਨਣ ਤੇਰਾ ਨਾਮ। ਕਿ ਜਿਹੜਾ ਗੁਰੂ ਅੱਗੇ ਮੱਥਾ ਟੇਕਣਾ ਹੈ, ਚਾਹੇ ਪੈਸੇ ਪਾ ਕੇ ਜਾਂ ਵੈਸੇ, ਜਾਂ ਸਿਹਰਾ ਚੜਾਉਣਾ, ਜਾਂ ਰੁਮਾਲਾ ਚੜਾਉਣਾ, ਜਾਂ ਹੋਰ ਜੋ ਵੀ ਉਹਦੇ ਅੱਗੇ ਆਪਾਂ ਸੰਸਾਰ ਦੇ ਪਦਾਰਥ ਅਰਪਣ ਕਰਦੇ ਹਾਂ, ਜਾਂ ਲੰਮੇ ਪੈ ਕੇ ਡੰਡੌਤ ਵੀ ਕਰਦੇ ਹਾਂ, ਉਹ ਪ੍ਰਮਾਨ ਤਾਂ ਹੋਣੇ ਹੈ ਤੁਧ ਨੋ ਨਿਮਣ ਮੰਨਣ ਤੇਰਾ ਨਾਮ। ਜੇ ਮਨ ਨਿਵ ਗਿਆ ਤੇ, ਜੇ ਮਨ ਗੁਰੂ ਅੱਗੇ ਵਿਕ ਗਿਆ ਤੇ, ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਦਾਸ। ਜੇ ਗੁਰੂ ਦੇ ਬਚਨਾਂ ਨੂੰ ਮਨ ਮੰਨਣ ਲੱਗ ਪਿਆ ਬਿਨਾਂ ਕਿਸੇ ਕਿੰਤੂ ਪ੍ਰੰਤੂ ਕੀਤਿਆਂ, ਬਲਕਿ ਚਾਅ ਨਾਲ, ਤਾਂ ਸਮਝੋ ਕਿ ਤੁਸੀਂ ਗੁਰੂ ਨੂੰ ਮੱਥਾ ਟੇਕਿਆ, ਉਹ ਪ੍ਰਵਾਨ ਹੈ ਉਹਦੀ ਨਜ਼ਰ 'ਚ, ਤਾਂ ਤੁਹਾਨੂੰ ਉਹਨਾਂ ਨਾਲ ਪ੍ਰੀਤ ਹੈ, ਤਾਂ ਤੁਸੀਂ ਉਹਨਾਂ ਦਾ ਅਦਬ ਕਰਦੇ ਹੋ। ਜੀਓ ਅਗਲੇ ਪਦੇ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਆਓ ਸਖੀ ਹਰ ਮੇਲ ਕਰੇ ਹਾਂ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ। ਮੇਲ ਅਕਸਰ ਉਸ ਇਕੱਠ ਨੂੰ ਕਿਹਾ ਜਾਂਦਾ ਹੈ ਜਿੱਥੇ ਰਿਸ਼ਤੇਦਾਰ, ਸੰਬੰਧੀ, ਪਿਆਰ ਵਾਲੇ, ਨਜ਼ਦੀਕੀ, ਜਿਨ੍ਹਾਂ ਨਾਲ ਸਾਡੀ ਬਹੁਤ ਕਲੋਜ਼ ਸਾਂਝ ਹੁੰਦੀ, ਆਪਾਂ ਕਹਿ ਸਕਦੇ ਹਾਂ। ਉਹ ਜ਼ਿਆਦਾਤਰ ਖੁਸ਼ੀ ਦੇ ਸਮਾਗਮਾਂ ਤੇ ਜਦੋਂ ਇਕੱਠੇ ਹੁੰਦੇ ਤੇ ਕਹਿੰਦੇ ਜੀ ਨਾਨਕਾ ਮੇਲ ਆਇਆ, ਦਾਦਕਾ ਮੇਲ ਆਇਆ। ਅਸੀਂ ਕਹਿੰਦੇ ਹਾਂ ਭਾਵ ਉਹਨਾਂ ਦਾ ਸਮੂਹ ਆਇਆ, ਇਕੱਠ ਆਇਆ। ਸਾਹਿਬਾਂ ਨੇ ਸੰਗਤ ਨੂੰ ਵੀ ਪਰਿਵਾਰ ਰੂਪ ਦੇ ਵਿੱਚ ਬਾਣੀ 'ਚ ਕਿਹਾ ਬਹੁਤ ਥਾਵਾਂ ਤੇ, ਔਰ ਸਾਨੂੰ ਹੁਕਮ ਵੀ ਕੀਤੇ ਹੋਏ ਨੇ। ਇੱਥੇ ਵੀ ਸਾਹਿਬ ਸਾਨੂੰ ਜਿਹੜੇ ਸਤਸੰਗੀ ਜਨ ਨੇ ਉਹਨਾਂ ਨੂੰ ਕਿਤੇ ਭਾਈ ਕਹਿ ਕੇ ਸੰਬੋਧਨ ਕਰਦੇ ਨੇ, ਕਿਤੇ ਵੀਰ ਕਹਿ ਕੇ ਸੰਬੋਧਨ ਕਰਦੇ ਨੇ, ਕਿਤੇ ਭੈਣ ਕਹਿ ਕੇ ਵੀ ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰਥ ਕੰਤ ਕੀਆਂ ਤੇ ਆਏ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਸੋ ਬਹੁਤ ਢੰਗਾਂ ਨਾਲ ਜਿਵੇਂ ਪਰਿਵਾਰ ਦੇ ਜੀ ਇਕੱਠੇ ਹੋ ਕੇ ਕੋਈ ਖੁਸ਼ੀ ਦਾ ਸਮਾਗਮ ਕਰਦੇ ਨੇ, ਉਹਦੇ ਲਈ ਉਦਮ ਕਰਦੇ ਨੇ, ਇਸ ਤਰ੍ਹਾਂ ਸੰਗਤੀ ਰੂਪ ਦੇ ਵਿੱਚ ਮੇਲ ਕਰਨ ਲਈ ਇਸ਼ਾਰੇ। ਆਓ ਸਖੀ ਹਰ ਮੇਲ ਕਰੇ ਹਾਂ, ਆਓ ਉਸ ਮਾਲਿਕ ਦੀ ਗੁਣਾਂ ਨੂੰ, ਉਹਦੀ ਸੋਭਾ ਨੂੰ, ਉਹਦੀ ਉਸਤਤ ਨੂੰ ਗਾਉਣ ਲਈ ਮੇਲ ਕਰੀਏ, ਇਕੱਠੇ ਹੋਈਏ। ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ। ਤੁਸੀਂ ਇਕੱਠੇ ਹੋ ਕੇ ਭਾਈ ਜਿਹੜੇ ਉਸ ਆਪਣੇ ਪ੍ਰੀਤਮ ਨੂੰ, ਮਾਲਕ ਨੂੰ ਮਿਲ ਚੁੱਕੇ ਨੇ, ਜਿਹੜੇ ਜਾਣ ਚੁੱਕੇ ਨੇ ਉਹਦੇ ਬਾਰੇ, ਜਿਨ੍ਹਾਂ ਨੂੰ ਉਹਨਾਂ ਦੇ ਗੁਣਾਂ ਦੀ ਸੋਝੀ ਹੋ ਗਈ ਹੈ, ਆਪਾਂ ਉਹਨਾਂ ਕੋਲੋਂ ਉਹਦੀਆਂ ਕੁਝ ਬਾਤਾਂ ਸੁਣੀਏ, ਉਹਨਾਂ ਦੀਆਂ ਕੁਝ ਗੱਲਾਂ ਸੁਣੀਏ, ਉਹਨਾਂ ਦੇ ਗੁਣਾਂ ਬਾਰੇ ਕੁਝ ਜਾਣਕਾਰੀ ਹਾਸਲ ਕਰੀਏ, ਤਾਂ ਕਿ ਸਾਡੇ ਮਨਾਂ ਵਿੱਚ ਵੀ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਨ ਕਾ ਚਾਓ। ਕਿ ਸਾਡੇ ਮਨ ਦੇ ਵਿੱਚ ਵੀ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਵੇ, ਤੀਬਰ ਇੱਛਾ ਪੈਦਾ ਹੋ ਜਾਵੇ, ਤੇ ਕੋਈ ਮੈਨੂੰ ਇਹ ਸੁਨੇਹਾ ਵੀ ਦੇਵੇ, ਇਹ ਦੱਸੇ ਵੀ ਕਿ ਉਸ ਮਾਲਕ ਨੂੰ ਕਿਵੇਂ ਮਿਲਣਾ ਹੈ, ਕਿਸ ਗੱਲ ਤੇ ਉਹ ਰੀਝਦਾ ਹੈ, ਕਿਹੜੀ ਗੱਲ ਉਹਨੂੰ ਪਸੰਦ ਹੈ, ਕਿਹੜੀ ਗੱਲ ਉਹਨੂੰ ਨਹੀਂ ਪਸੰਦ। ਇੱਕ ਬਚਨ ਆਪਾਂ ਬਾਣੀ 'ਚ ਬੜਾ ਪਿਆਰਾ ਪੜ੍ਹਦੇ ਹੁੰਦੇ ਆ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ,
ਦੀਜੈ ਪ੍ਰਾਨ ਅਕੋਰ, ਕਿ ਕੋਈ ਉਹਦਾ ਪਿਆਰਾ, ਮੇਰੇ ਮਾਲਕ ਦਾ ਪਿਆਰਾ ਮੈਨੂੰ ਉਸ ਮਾਲਕ ਨਾਲ ਜੋੜ ਦੇਵੇ। ਕਹਿੰਦੇ ਮੈਂ ਉਹਦੇ ਚਰਨ ਪਕੜ ਲਵਾਂ, ਚਰਨ ਗਾਉ ਬਕੋਂ ਸੁਭ ਰਸਨਾ, ਉਹਦੀ ਸਿਫਤ ਵਿੱਚ ਮੈਂ ਉਹਦੀ ਉਸ ਵਿੱਚ ਬੋਲ ਬੋਲਾਂ, ਉਹਦੀ ਸਿਫਤ ਕਰਾਂ, ਪ੍ਰਸ਼ੰਸਾ ਕਰਾਂ ਕਿ ਇਹਨੇ ਮੈਨੂੰ ਮੇਰੇ ਪ੍ਰੀਤਮ ਨਾਲ, ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਹੋਰ ਬੜੇ ਅਮੋਲਕ ਬਚਨ ਨੇ ਬਾਣੀ ਵਿੱਚ, ਮੇਰੇ ਹਰ ਪ੍ਰੀਤਮ ਕੀ ਜੋ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕਹਿੰਦੇ ਮੇਰਾ ਤਾਂ ਉਹ ਵੀਰ ਹੈ, ਮਿੱਤਰ ਹੈ, ਸਭ ਤੋਂ ਪਿਆਰਾ ਸੱਜਣ ਹੈ, ਜਿਹੜਾ ਮੈਨੂੰ ਮੇਰੇ ਮਾਲਿਕ ਦੀ, ਮੇਰੇ ਪਿਆਰੇ ਦੀ, ਮੇਰੇ ਪ੍ਰੀਤਮ ਦੀ ਕੋਈ ਗੱਲ ਸੁਣਾਉਂਦਾ। ਸੋ ਇੱਥੇ ਇਹ ਸੰਗਤੀ ਰੂਪ ਦੇ ਵਿੱਚ ਜੋ ਗੁਰਦੇਵ ਪਿਤਾ ਦੇ ਬਚਨ ਨੇ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਤਾ ਵਿਚਾਏ। ਕਿ ਇਕੱਠੇ ਹੋ ਕੇ ਦੁਨੀਆਦਾਰੀ ਦੇ ਜੰਜਾਲਾਂ ਤੋਂ ਡਿਟੈਚ ਹੋ ਕੇ, ਥੋੜਾ ਜਿਹਾ ਉਹਨਾਂ ਤੋਂ ਖਹਿੜਾ ਛੱਡ ਕੇ, ਜਿਵੇਂ ਗੁਰਦੇਵ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਨਾਨਕ ਜੀ 9ਵੇਂ ਜਾਮੇ ਚ ਬਖਸ਼ਿਸ਼ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਕਿ ਆਹ ਕੰਮ ਕਰਨਾ, ਉਹ ਕੰਮ ਕਰਨਾ, ਜਿਹੜੇ ਸੰਸਾਰਿਕ ਝਮੇਲੇ ਨੇ, ਕੁਝ ਪਲ ਛਿਨ ਲਈ ਇਹਨਾਂ ਨੂੰ ਪਾਸੇ ਰੱਖ ਕੇ ਮਨ ਜੋੜ ਕੇ, ਚਿੱਤ ਜੋੜ ਕੇ, ਪਿਆਰ ਨਾਲ ਇਕੱਠੇ ਹੋ ਕੇ ਉਹਦੀ ਕੀਰਤ ਗਾਈਏ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨੇਕ ਬਾਰ ਕਰ ਬੰਦਨ ਸੰਤਨ ਊਹਾ, ਚਰਨ ਗੋਬਿੰਦ ਜੀ ਕੇ ਬਸਨਾ। ਔਰ ਜਿਉਂ-ਜਿਉਂ ਇਸ ਜੇਬਾਂ ਰਾਹੀਂ ਕੀਰਤ ਗਾਵਾਂਗੇ, ਕੰਨਾਂ ਰਾਹੀਂ ਉਸ ਕੀਰਤ ਨੂੰ ਸੁਣਾਂਗੇ, ਉਸ ਵਿਚਾਰ ਰੂਪੀ ਅੰਮ੍ਰਿਤ ਦੇ ਰਸ ਨੂੰ ਝਿਮ ਝਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤਾਂ ਉਹ ਮਨ ਜਿਹੜਾ ਤ੍ਰਿਪਤ ਹੋਏਗਾ, ਉਹ ਸੰਸਾਰਿਕ ਪਦਾਰਥਾਂ ਦੀਆਂ ਤ੍ਰਿਸ਼ਨਾਵਾਂ ਦੀਆਂ ਭੁੱਖਾਂ ਤੋਂ ਰੱਜ ਜਾਏਗਾ, ਤੇ ਉਹਨੂੰ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਹੇ ਚਲੀਏ ਦੁੱਖ। ਉਹਨੂੰ ਉਸ ਮਾਲਿਕ ਦੀ ਸਿਫਤ ਸਲਾਹ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਔਰ ਉਸ ਭੁੱਖ ਲੱਗਣ ਤੇ ਜੋ ਹਰ ਕਾ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ। ਜਦੋਂ ਉਸ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਨੂੰ ਜਿਉਂ-ਜਿਉਂ ਛਕਾਂਗੇ ਤਾਂ ਮਨ ਰੱਜ ਜਾਵੇਗਾ, ਔਰ ਮਨ ਸੁਖੀ ਔਰ ਖੇੜੇ ਔਰ ਆਨੰਦ ਵਿੱਚ ਹੋ ਜਾਏਗਾ। ਆਓ ਸਖੀ, ਹੇ ਸਤਸੰਗੀ ਸਖੀਓ, ਆਓ ਇਕੱਠੇ ਹੋ ਕੇ ਮੇਲ ਕਰੀਏ, ਭਾਵ ਇਕੱਠੇ ਹੋਈਏ ਤੇ ਉਸ ਮਾਲਿਕ ਦੀਆਂ ਗੁਣਾਂ ਦੀ ਗੁਣੀਏ, ਉਹਨਾਂ ਨੂੰ ਵਿਚਾਰ ਕਰੀਏ, ਕਥਾ ਕਰੀਏ, ਤੇ ਇੱਕ ਦੂਸਰੇ ਨੂੰ ਉਸ ਮਾਲਿਕ ਕਿਵੇਂ ਪ੍ਰਸੰਨ ਹੁੰਦਾ ਹੈ, ਕਿਹੜੇ ਕੰਮ ਉਹਨੂੰ ਪਸੰਦ ਨੇ, ਕਿਹੜੇ ਨਹੀਂ ਪਸੰਦ, ਇਹਦੇ ਬਾਰੇ ਜਿਵੇਂ ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤਾ, ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸਹੁ ਪਾਈ ਹੈ। ਤੇ ਜਿਹੜੀਆਂ ਸੁਹਾਗਣਾ ਉਹਦਾ ਸੰਗ ਮਾਣ ਰਹੀਆਂ ਨੇ, ਜਿਨ੍ਹਾਂ ਤੇ ਉਹ ਪਿਆਰਾ ਪ੍ਰੀਤਮ ਪ੍ਰਸੰਨ ਹੈ, ਜਿਨ੍ਹਾਂ ਸਖੀਆਂ ਤੇ, ਉਹਨਾਂ ਨੂੰ ਪੁੱਛੀਏ ਜਾ ਕੇ ਕਿ ਉਹਨਾਂ ਨੇ ਕਿਵੇਂ ਰਿਝਾਇਆ ਉਸ ਮਾਲਕ ਨੂੰ। ਤਾਂ ਉਹਨਾਂ ਕੋਲੋਂ ਕੋਈ ਜੁਗਤ, ਕੋਈ ਗੁਣ, ਕੋਈ ਢੰਗ ਤਰਕੀਬ ਅਸੀਂ ਵੀ ਸਿੱਖ ਲਈਏ। ਕਹਿੰਦੇ ਉਹ ਮੇਰਾ ਸਭ ਤੋਂ ਪਿਆਰਾ ਮਿੱਤਰ ਹੈ, ਸਖਾ ਹੈ, ਸੱਜਣ ਹੈ, ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ। ਜਿਹੜਾ ਉਹ ਸਾਰੇ ਸੰਸਾਰ ਦੇ ਮਾਲਿਕ ਦੀ, ਹਰੀ ਦੀ ਗੱਲ ਮੈਨੂੰ ਸੁਣਾਵੇ, ਉਹਦੇ ਗੁਣਾਂ ਦੀ ਕੋਈ ਬਾਤ ਸੁਣਾਵੇ, ਕਹਿੰਦੇ ਉਹ ਮੇਰਾ ਸਭ ਤੋਂ ਪਿਆਰਾ ਮਿੱਤਰ ਹੈ। ਔਰ ਗੁਰੂਦੇਵ ਪਿਤਾ ਤੋਂ ਪਿਆਰਾ ਹੋਰ ਮਿੱਤਰ, ਜਾਂ ਸਤਸੰਗੀਆਂ ਤੋਂ ਪਿਆਰਾ ਮਿੱਤਰ ਹੋਰ ਕੋਈ ਨਹੀਂ ਹੋ ਸਕਦਾ। ਆਪਾਂ ਇਹਨਾਂ ਬਚਨਾਂ ਦੀ ਸਾਂਝ ਬੜੀ ਵਾਰੀ ਕੀਤੀ ਹੈ। ਹਰ ਕੇ ਗੁਣ ਹਰ ਭਾਵ ਦੇ, ਜਿਨ੍ਹਾਂ ਗੁਣਾਂ ਦੀ ਗੱਲ ਆਪਾਂ ਸਾਹਿਬਾਂ ਨੇ ਪਹਿਲੇ ਹੀ ਪੰਕਤੀ 'ਚ ਕੀਤੀ ਹੈ, ਹਰ ਗੁਣ ਗੁਣੀ ਹੈ, ਹਰ ਗੁਣ ਪੜ੍ਹੀਏ, ਹਰ ਗੁਣ ਗੁਣੀ ਹੈ। ਉਹ ਗੁਣਾਂ ਦੀ ਸੋਝੀ ਪੂਰੇ ਗੁਰਦੇਵ ਪਿਤਾ ਤੋਂ ਪਤਾ ਲੱਗਣੀ। ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁਮ ਘੁਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕਉ ਹੋਂ ਵਾਰੀ, ਜਿਨ ਸਤ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ।
ਕਹਿੰਦੇ ਜਿਹੜੇ ਸੱਚਮੁੱਚ ਉਹਦੇ ਚਾਕਰ ਬਣ ਗਏ, ਸੇਵਕ ਬਣ ਗਏ, ਜਿਨ੍ਹਾਂ ਨੇ ਮਨ ਅਰਪਣ ਕਰ ਦਿੱਤਾ, ਔਰ ਅਰਪਣ ਉਦਾਂ ਕੀਤਾ ਹਸਤੀ ਸਿਰ ਜਿਉ ਅੰਕਸ ਹੈ ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖੈ ਉਹ ਵੀ ਸੇਵ ਕਰੇ। ਐਸਿਆਂ ਦੀ ਸੰਗਤ ਮਿਲ ਜਾਵੇ, ਉਹ ਮੇਰੇ ਵੀਰ ਮੇਰੇ ਸੱਜਣ ਮੈਨੂੰ ਮਿਲ ਜਾਣ, ਉਹਨਾਂ ਨਾਲ ਮੇਲ ਕਰੀਏ, ਤਾਂ ਕਿ ਉਸ ਮਾਲਕ ਦੇ ਗੁਣਾਂ ਨਾਲ ਸਾਂਝ ਕਰਕੇ ਉਹਨਾਂ ਦੇ ਗੁਣਾਂ ਨੂੰ ਕਿਣਕਾ ਮਾਤਰ ਗੁਣ ਜਿਹੜੇ ਨੇ ਗੁਰਦੇ ਪਿਤਾ ਸਾਡੀ ਝੋਲੀ ਵਿੱਚ ਵੀ ਪਾ ਜਾਣ, ਅਸੀਂ ਵੀ ਹਾਸਲ ਕਰ ਸਕੀਏ ਜੀ। ਉਹ ਜੀ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੇ, ਮੈਂ ਔਖਦ ਮੰਤਰ ਦੀਜੈ ਗੁਰ ਪੂਰੇ, ਮੈਂ ਹਰ ਹਰ ਨਾਮ ਉਧਰੀਏ ਜੀ। ਜਿਨ੍ਹਾਂ ਨੂੰ ਪ੍ਰੀਤ ਲੱਗ ਜਾਂਦੀ ਹੈ ਤੇ ਜਿਨ੍ਹਾਂ ਨੂੰ ਵਿਛੋੜੇ ਦੀ ਪੀੜਾ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ, ਸੱਚਮੁੱਚ ਉਸ ਪੀੜਾ ਨੂੰ ਉਹ ਗੁਰੂ ਹੀ ਸਤਿਗੁਰੂ ਜਾਣ ਸਕਦਾ ਹੈ, ਜਾਂ ਉਹ ਜਾਣ ਸਕਦਾ ਹੈ ਜਿਹੜਾ ਉਹ ਦੀ ਪੀੜਾ ਵਾਲੀ ਵਿਛੋੜੇ ਦੀ ਅਵਸਥਾ ਚੋਂ ਤੜਪ ਕੇ ਲੰਘੇ। ਆਪਾਂ ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਹਾਂ, ਫਰੀਦ ਦਾ ਬਿਰਹਾ 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 ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੇ ਤਨ ਜਾਣ ਮਸਾਨ। ਕਹਿੰਦੇ ਜਿਨ੍ਹਾਂ ਦੇ ਮਨਾਂ 'ਚ ਉਹਨੂੰ ਮਿਲਣ ਦੀ ਤੜਪ ਹੀ ਪੈਦਾ ਨਹੀਂ ਹੋਈ, ਪੀੜਾ ਹੀ ਪੈਦਾ ਨਹੀਂ ਹੋਈ, ਉਹਨਾਂ ਦੇ ਵਿਛੋੜੇ ਦਾ ਦਰਦ ਹੀ ਉਤਪੰਨ ਨਹੀਂ ਹੋਇਆ, ਕਹਿੰਦੇ ਉਹ ਤਾਂ ਸ਼ਮਸ਼ਾਨ ਦੇ ਵਾਂਗ ਸੁੰਨੇ ਨੇ। ਔਰ ਇਹ ਬਚਨ ਵੀ ਆਪਾਂ ਪੜ੍ਹਦੇ ਹਾਂ ਬਾਣੀ 'ਚ ਕਿ ਜਿਨ੍ਹਾਂ ਹਿਰਦੇ ਰੂਪੀ ਘਰਾਂ ਵਿੱਚ ਉਹਦੇ ਨਾਮ ਦੀ ਜੋਤ ਜਗ ਗਈ ਹੈ, ਉਹਦੇ ਨਾਮ ਦਾ ਪ੍ਰਕਾਸ਼ ਹੋ ਗਿਆ, ਉਹ ਭਾਵੇਂ ਕਿਹੋ ਜਿਹੇ ਵੀ ਨੇ, ਘਰ ਟੁੱਟਾ, ਕੱਪੜੇ ਮਾੜੇ ਨੇ, ਸਾਦੇ ਨੇ, ਕਹਿੰਦੇ ਉਹ ਰਾਜ ਮਹਿਲਾਂ ਤੋਂ ਵੀ ਜ਼ਿਆਦਾ ਕੀਮਤੀ ਨੇ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕੀਤੀ ਕੰਮ ਨਾ ਧੌਲ ਹਰ ਜਿਤ ਹਰ ਵਿਸਰਾਏ। ਹੋ ਗਈ ਉਹਨਾਂ ਲਈ ਹੋਰ ਸਾਰਾ ਕੁਝ ਬਿਲਕੁਲ ਕੋਈ ਮਾਇਨੇ ਨਹੀਂ ਰੱਖਦਾ। ਕੋਈ ਭਲਾ ਕਵੇ, ਕੋਈ ਬੁਰਾ ਕਵੇ, ਕੋਈ ਮਾਣ ਦੇਵੇ, ਕੋਈ ਅਪਮਾਨ ਕਰੇ, ਭੁੱਖ ਹੋਵੇ ਜਾਂ ਪਦਾਰਥਾਂ ਦੇ ਅੰਬਾਰ ਹੋਣ, ਲੀੜੇ ਪਾਟੇ ਹੋਣ, ਕੱਪੜੇ ਜਾਂ ਬਹੁਤ ਬੇਸ਼ਕੀਮਤੀ ਹੋਣ, ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਜਿਵੇਂ ਆਪਾਂ ਬਾਬਾ ਭਗਤ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ, ਪਿਆਰ ਦੇ ਵਿੱਚ ਉਹਨਾਂ ਦੀ ਬਿਰਹਾ ਦੇ ਵਿੱਚ ਕਿਵੇਂ ਵੈਰਾਗ ਵਿੱਚ ਕਹਿੰਦੇ ਨੇ, ਮੇਰੇ ਵੱਲ ਪਿੱਠ ਨਾ ਕਰੀ ਕਦੇ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਜੋ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋ। ਕਹਿੰਦੇ ਤੇਰੀ ਕਰਵਟ ਮੇਰੇ ਵੱਲ ਹੋ ਜਾਵੇ, ਭਾਵ ਤੂੰ ਮੇਰੇ ਵੱਲੋਂ ਆਪਣਾ ਪਿਆਰ ਵਾਲਾ ਮੂੰਹ ਮੋੜ ਲਵੇਂ, ਆਪਣੇ ਪਿਆਰ ਤੋਂ ਪ੍ਰੀਤ ਤੋਂ ਮਾਂਝਾ ਕਰ ਦੇਵੇਂ, ਕਹਿੰਦੇ ਮੇਰੇ ਲਈ ਉਹ ਮੌਤ ਤੋਂ ਵੀ ਵੱਧ ਦੁਖਦਾਈ ਹੈ। ਕਰਵਟ ਭਲਾ, ਕਰਵਟ ਹੁੰਦਾ ਆਰਾ, ਕਹਿੰਦੇ ਆਰੇ ਨਾਲ ਚੀਰਿਆ ਜਾਣਾ ਮੇਰੇ ਲਈ ਸੁਖਦਾਈ ਹੈ, ਲੇਕਿਨ ਤੁਹਾਡੀ ਪ੍ਰੀਤ ਤੋਂ ਸਖਣੇ ਹੋ ਜਾਣਾ, ਤੁਹਾਡੀ ਪ੍ਰੀਤ ਤੋਂ ਮਾਂਝੇ ਹੋ ਜਾਣਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਇਸ ਕਰਕੇ ਤੂੰ ਤਰਸ ਕਰਕੇ ਮੈਨੂੰ ਆਪਣੇ ਗਲੇ ਨਾਲ ਲਗਾ ਕੇ ਰੱਖੋ। ਹੋਰ ਬੇਨਤੀ ਆਪਾਂ ਪੜ੍ਹਦੇ ਹਾਂ ਬਾਣੀ ਵਿੱਚ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਜਿਨ੍ਹਾਂ ਨੂੰ ਸੱਚਮੁੱਚ ਉਸ ਮਾਲਕ ਨਾਲ ਪ੍ਰੀਤ ਬਣਾਈ ਹੈ, ਉਹ ਬਾਹਾਂ ਤਾਂ ਤੜਪਦੀਆਂ ਨੇ, ਉਹ ਤਾਂ ਅੱਖਾਂ ਤੜਪਦੀਆਂ ਨੇ, ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਕਿ ਉਸ ਮਾਲਕ ਨਾਲ ਕਿਵੇਂ ਮਨ ਦੀਆਂ ਅੱਖਾਂ ਨਾਲ ਦੀਦਾਰ ਹੋ ਜਾਵੇ, ਉਸ ਤੋਂ ਵਿਛੋੜਾ ਮੁੱਕ ਜਾਵੇ, ਉਹਦੇ ਨਾਲ ਮੇਲ ਹੋ ਜਾਵੇ, ਉਹ ਤਾਂ ਹਰ ਪਲ ਹਰ ਛਿਨ। ਇੱਕ ਬਚਨ ਵਿੱਚ ਤਾਂ ਇੱਥੋਂ ਤੱਕ ਵੀ ਸਾਹਿਬ ਬਖਸ਼ਿਸ਼ ਕਰਦੇ ਨੇ ਵੀ, ਚਾਰ ਪਹਿਰ ਚੌਂ ਜੁਗੈ ਸਮਾਨੇ, ਕਿ ਤੇਰੇ ਤੋਂ ਚਾਰ ਪਹਿਰ ਦਾ ਵਿਛੋੜਾ ਏਦਾਂ ਲੱਗਦਾ ਜਿਵੇਂ ਚਾਰ ਜੁਗਾਂ ਤੋਂ ਵਿਛੋੜਾ ਹੈ, ਇੰਨਾ ਪੀੜਾਦਾਇਕ ਹੈ, ਇੰਨਾ ਦੁਖਦਾਇਕ ਹੈ। ਕਹਿੰਦੇ ਮੇਰੀ ਹਾਲਤ ਜਿਹੜੀ ਹੈ, ਮੇਰਾ
ਪੂਰਾ ਗੁਰੂ ਜਾਣਦਾ ਮੇਰੇ ਮਨ ਦੀ ਅਵਸਥਾ ਨੂੰ। ਹੋਰ ਕੋਈ ਇਸ ਪੀੜਾ ਨੂੰ ਜਿਹੜਾ ਗੁਜ਼ਰਿਆ ਨਹੀਂ ਹੈ ਇਸ ਅਵਸਥਾ ਚੋਂ ਮਹਿਸੂਸ ਨਹੀਂ ਕਰ ਸਕਦਾ, ਜਾਣ ਨਹੀਂ ਸਕਦਾ। ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹਉ ਰਹਿ ਨਾ ਸਕਾਂ ਬਿਨ ਨਾਮ ਬਖਾਣੇ। ਕਿ ਮੇਰੀ ਇਸ ਹਾਲਤ ਨੂੰ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਬਿਗੜਿਓ ਬਿਗੜੈ ਮਤ ਔਰਾ। ਫਿਰ ਕਹਿੰਦੇ ਮੈਂ ਆਪ ਨਹੀਂ ਹੋਇਆ ਬੌਰਾ, ਉਹਦੀ ਪ੍ਰੀਤ ਨੇ ਕੀਤਾ। ਆਪ ਨਾ ਬੌਰਾ ਰਾਮ ਕੀਓ ਬੌਰਾ, ਸਤਿਗੁਰ ਜਾਰ ਦਿਓ ਬ੍ਰਹਮ ਮੋਰਾ। ਸੋ ਜਿਹੜੇ ਸੱਚਮੁੱਚ ਉਹਦੇ ਪਿਆਰ ਵਿੱਚ ਭਿੱਜ ਜਾਂਦੇ ਨੇ, ਉਹ ਦੁਨੀਆ ਦੀ ਨਜ਼ਰ 'ਚ ਬੌਰੇ ਕਮਲੇ دیਵਾਨੇ ਹੀ ਹੁੰਦੇ ਨੇ। ਕਹਿੰਦੇ ਲੇਕਿਨ ਮੇਰੀ ਇਸ ਅੰਦਰ ਦੀ ਹਾਲਤ ਨੂੰ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ, ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰੀ ਇਸ ਪੀੜਾ ਦੀ ਦਵਾਈ ਗੁਰੂ ਕੋਲ ਹੈ। ਉਹ ਰੋਗ ਨੂੰ ਮਰਜ਼ ਨੂੰ ਜਾਣਦਾ ਵੀ ਉਹੀ ਹੈ, ਬੁੱਝਦਾ ਵੀ ਉਹੀ ਹੈ। ਮੇਰੀ ਬੇਦਨ, ਬੇਦਨ ਹੁੰਦਾ ਪੀੜਾ ਤੜਪ। ਮੇਰੀ ਬੇਦਨ ਹਰ ਗੁਰ, ਜਿਹੜਾ ਹਰੀ ਦਾ ਰੂਪ ਹੈ, ਜਿਹੜਾ ਪੂਰਾ ਮੇਰਾ ਗੁਰੂ ਸਤਿਗੁਰੂ ਉਸ ਪਰਮੇਸ਼ਰ ਦਾ ਰੂਪ ਹੈ। ਕਹਿੰਦੇ ਉਹ ਜਾਣਦਾ ਮੇਰੇ ਅੰਦਰ ਦੀ ਹਾਲਤ, ਮੇਰੀ ਬਿਰਹੋਂ ਨੂੰ, ਮੇਰੀ ਤੜਪ ਨੂੰ। ਹਉ ਰਹਿ ਨਾ ਸਕਾਂ ਬਿਨ ਨਾਮ ਬਖਾਣੇ। ਕਿ ਮੈਂ ਉਹਦੀ ਸਿਫਤ ਸਲਾਹ ਦੀ, ਉਹਦੀ ਉਸਤਤ ਤੋਂ ਬਿਨਾ ਮੈਂ ਇੱਕ ਪਲ ਛਿਨ ਵੀ ਰਹਿ ਨਹੀਂ ਸਕਦਾ। ਮੇਰਾ ਮਨ ਤੜਪਦਾ, ਕੁਰਲਾਉਂਦਾ। ਇਸ ਕਰਕੇ ਦਇਆ ਕਰਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਮੈਂ ਔਖਦ ਮੰਤਰ ਦੀਜੈ ਗੁਰ ਪੂਰੇ। हे ਪੂਰੇ ਹਰੀ ਰੂਪੀ ਸਤਿਗੁਰੂ ਜੀਓ, ਦਇਆ ਕਰਕੇ ਤਰਸ ਕਰਕੇ ਮੈਨੂੰ ਆਪਣੀ ਸਿਫਤ ਸਲਾਹ ਦਾ, ਉਸ ਮਾਲਿਕ ਦੀ ਸਿਫਤ ਸਲਾਹ ਦਾ ਮੰਤਰ, ਮੰਤਰ ਦਾ ਭਾਵ ਹੈ ਕਿ ਸਿਮਰਨ ਝੋਲੀ 'ਚ ਪਾ ਦਿਓ, ਜੁਗਤ ਝੋਲੀ 'ਚ ਪਾ ਦਿਓ ਕਿ ਮੈਂ ਵਿਸਰਾਂ ਨਾ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਵੇਂ ਆਪਾਂ ਰੋਜ਼ ਬੇਨਤੀਆਂ ਰਜੋਈਆਂ ਕਰਦੇ ਹਾਂ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੁਸੀਂ ਐਸੀ ਰਹਿਮਤ ਕਰਕੇ ਮੇਰੀ ਮਤ ਐਸੀ ਕਰ ਦੋ ਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ। ਕਿ ਮੈਨੂੰ ਉੱਠਦੇ ਆ, ਬੈਠਦੇ ਆ, ਜਾਗਦੇ ਆ, ਸੌਂਦੇ ਆ, ਤੁਰਦੇ ਆ, ਫਿਰਦੇ ਆ, ਕਾਰ ਵਿਹਾਰ ਕਰਦੇ ਆ, ਤੁਹਾਡੀ ਯਾਦ ਬਣੀ ਰਵੇ, ਤੁਹਾਡੀ ਪ੍ਰੀਤ ਬਣੀ ਰਵੇ। ਸੋ ਮੈਨੂੰ ਦਇਆ ਕਰਕੇ ਐਸੀ ਜੁਗਤ ਮੇਰੀ ਝੋਲੀ ਵਿੱਚ ਬਖਸ਼ਿਸ਼ ਕਰੋ ਕਿ ਮੈਂ ਤੁਹਾਡੇ ਨਾਮ, ਹਰੀ ਦੇ ਨਾਮ ਦੇ ਸਦਕਾ ਮੇਰਾ ਜੀਵਨ ਦਾ ਉਧਾਰ ਹੋ ਜਾਵੇ। ਜਿਹੜਾ ਪਲ ਪਲ ਛਿਨ ਛਿਨ, ਜਿਵੇਂ ਗੁਰਦੇਵ ਪਿਤਾ ਸਮਝਾਉਂਦੇ ਨੇ, ਮਾਈ ਮਨ ਮੇਰੋ ਬਸ ਨਾ ਹੈ, ਨਿਸਬਾਸੁਰ ਦਿਨ ਰਾਤ ਹਰ ਪਲ ਹਰ ਛਿਨ, ਨਿਸਬਾਸੁਰ ਬਿਖੇਨ ਕੋ ਧਾਵਤ, ਕਹਿ ਬਿਦਰੋ ਕੋ ਤਾਹੇ। ਕਹਿੰਦੇ हे ਮੇਰੀ ਮਾਂ, हे ਗੁਰਦੇਵ ਪਿਤਾ, हे ਗੁਰਦੇਵ ਮਾਤਾ, ਮੇਰਾ ਮਨ ਮੇਰੇ ਬਸ ਵਿੱਚ ਨਹੀਂ ਹੈ। ਮੈਂ ਪੜ੍ਹਦਾ ਵੀ ਹਾਂ, ਗਾਉਂਦਾ ਵੀ ਹਾਂ, ਸੁਣਦਾ ਵੀ ਹਾਂ, ਬਹੁਤ ਸਾਰੇ ਐਸੇ ਕੰਮ ਕਰਦਾ, ਲੇਕਿਨ ਇਹ ਮਨ ਐਸਾ ਢੀਠ ਹੈ, ਇਹ ਬਾਰ ਬਾਰ ਮੁੜ ਮੁੜ ਕੇ ਉਧਰ ਨੂੰ ਜਾਂਦਾ ਹੈ। ਮਾਈ ਮਨ ਮੇਰੋ ਬਸ ਨਾਹੀ, ਨਿਸਬਾਸੁਰ ਬਿਖੇਨ ਕੋ ਧਾਵਤ। ਵਿਸ਼ੇ ਵਿਕਾਰਾਂ ਵੱਲ ਭੱਜਦਾ, ਦੌੜਦਾ ਉਧਰ ਨੂੰ, ਉਹਨਾਂ 'ਚ ਲਿਪਟਦਾ। ਕਹਿ ਬਿਦ ਰੋਕੋ ਤਾਹੇ। ਕਹਿੰਦੇ ਕਿੱਦਾਂ ਨੂੰ ਰੋਕਾਂ, ਮੈਨੂੰ ਸਮਝ ਨਹੀਂ ਆਉਂਦੀ। ਕਹਿੰਦੇ ਵੇਦ ਪੁਰਾਣ, ਇਹ ਭਾਵ ਜੋ ਧਾਰਮਿਕ ਗ੍ਰੰਥਾਂ ਦੀਆਂ ਸਿੱਖਿਆਵਾਂ, ਉਹ ਸੁਣ ਕੇ ਵੀ ਨਹੀਂ ਸਮਝਦਾ। ਇੱਕ ਜਗ੍ਹਾ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਸਾਂਝ ਕੀਤਾ ਬਚਨ ਕਿ ਮਨ ਹੈ ਹੀ ਐਸਾ, ਬੜੀ ਮੁਸ਼ਕਲ ਕਾਬੂ ਆਉਂਦਾ ਹੈ। ਇਹ ਤਾਂ ਗੁਰਦੇਵ ਪਿਤਾ ਰਹਿਮਤ ਕਰਨ ਤੂੰ ਚਿਤ ਆਵੇਂ ਤੇਰੀ ਮਾਇਆ, ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੂ ਪਾਏ। ਸੋ ਕਿਰਪਾ ਕਰੋ, ਦਇਆ ਕਰੋ, ਰਹਿਮਤ ਕਰਕੇ ਮੈਨੂੰ ਸਿਫਤ ਸਲਾਹ ਦੀ ਦਾਤ ਜਿਹੜੀ ਹੈ ਮੇਰੀ ਝੋਲੀ ਵਿੱਚ ਪਾਓ, ਤਾਂ ਕਿ ਮੇਰਾ ਉਧਾਰ ਹੋ ਜਾਵੇ। ਮੈਂ ਇਸ ਜਗ ਦੁੱਤਰ ਨੂੰ ਸਹਿਜੇ ਤਰ ਸਕਾਂ ਤੇ ਮੈਂ ਔਗਣਾ ਵਿਸ਼ੇ ਵਿਕਾਰਾਂ ਦੇ ਚੁੰਗਲ ਤੋਂ ਮੁਕਤ ਹੋ ਕੇ ਆਪ ਜੀ ਦੇ ਦਰ ਘਰ ਨਾਲ, ਆਪ ਜੀ ਦੀ ਸਿਫਤ ਸਲਾਹ ਨਾਲ ਮੇਰਾ ਮਨ ਜੁੜ ਸਕੇ। ਜੀਓ ਹਮ ਚਾਤ੍ਰਿਕ ਦੀਨ ਸਤਿਗੁਰ ਸਰਨਾਈ, हर हर नाम बूंद मुख पाई, हर जल निध हम जल के मीने, जन नानक जल बिन मरिए जियो।
ਸਾਹਿਬਾਂ ਨੇ ਬਾਣੀ ਵਿੱਚ ਇੱਕ ਬਹੁਤ ਅਮੋਲਕ ਬਚਨ ਬਖਸ਼ਿਸ਼ ਕੀਤਾ ਹੈ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਕਹਿੰਦੇ ਤੁਸੀਂ ਜਿਸ ਜਲ ਦੇ ਖਜ਼ਾਨੇ ਵਿੱਚੋਂ ਉਸ ਅਮੋਲਕ ਜਲ ਦੀ ਬੂੰਦ ਪੀਣ ਲਈ ਇੱਥੇ ਆਏ ਹੋ, ਉਹਦੇ ਨਾਲ ਜੁੜਨਾ ਕਰੋ। ਹੁਣ ਬਹੁਤ ਸਾਰੇ ਮੇਰੇ ਵਰਗੇ ਐਸੇ ਨੇ ਜਿਨ੍ਹਾਂ ਦਾ ਲਿਬਾਸ ਚੰਗਾ ਹੋ ਸਕਦਾ ਦੇਖਣ ਨੂੰ ਧਾਰਮਿਕ, ਲੇਕਿਨ ਕਰਨੀ ਚੰਗੀ ਨਹੀਂ। ਸਾਹਿਬਾਂ ਨੇ ਜੋ ਮਿਸਾਲਾਂ ਦਿੱਤੀਆਂ ਨੇ ਬਾਣੀ 'ਚ ਬੜੀਆਂ ਖੂਬਸੂਰਤ, ਵੀ ਇੱਕ ਬਗਲਾ ਹੈ ਤੇ ਇੱਕ ਹੰਸ ਹੈ। ਦੇਖਣ ਨੂੰ ਬਾਹਰੋਂ ਸਰੂਪ ਦੀ ਸਿਮਿਲੈਰਿਟੀ ਬਹੁਤ ਹੈ, ਇੱਕ ਮਿਕਤਾ ਬਹੁਤ ਹੈ। ਉਹ ਵੀ ਚਿੱਟੇ ਰੰਗ ਦਾ, ਉਹ ਵੀ ਚਿੱਟੇ ਰੰਗ ਦਾ, ਆਕਾਰ ਵੀ ਲਗਭਗ ਇੱਕੋ ਜਿਹਾ, ਔਰ ਵਰਤਣਾ ਵੀ ਉਹਨਾਂ ਨੇ, ਵਿਚਰਨਾ ਵੀ ਬਹੁਤਾ ਸਾਗਰਾਂ ਦਰਿਆਵਾਂ ਦੇ ਕੰਢਿਆਂ ਤੇ। ਲੇਕਿਨ ਜਿਹੜਾ ਹੰਸ ਹੈ ਉਹਦੀ ਖੁਰਾਕ ਜਿਹੜੀ ਹੈ ਉਹ ਮੋਤੀ ਹੈ, ਉਹ ਮੋਤੀ ਭਾਲਦਾ। ਬਗਲਾ ਜਿਹੜਾ ਹੈ ਉਹ ਬਗਲ ਸਮਾਧੀ ਮਸ਼ਹੂਰ ਹੈ, ਵੀ ਅੱਖ ਬੰਦ ਕਰਕੇ ਬੈਠ ਗਿਆ, ਇੱਕ ਲੱਤ ਤੇ ਵੀ ਖੜਾ ਹੋ ਗਿਆ, ਦੇਖਣ ਵਾਲੇ ਨੂੰ ਲੱਗੇਗਾ ਵੀ ਬੜੀ ਭਗਤੀ ਚ ਲੀਨ ਹੈ। ਤੇ ਜਿਉਂ ਹੀ ਲਾਗੇ ਕੋਈ ਮਾੜੀ ਜਿਹੀ ਹਲਚਲ ਹੁੰਦੀ ਹੈ, ਪਾਣੀ 'ਚ ਵਾਈਬ੍ਰੇਸ਼ਨ ਹੁੰਦੀ ਹੈ, ਕੋਈ ਜੀਵ ਕੋਲੋਂ ਲੰਘਦਾ ਹੈ, ਡੱਡੂ ਮੱਛੀ, ਉਹ ਝਟ ਝਪੱਟਾ ਮਾਰ ਕੇ ਉਹਨੂੰ ਨਿਕਲ ਜਾਂਦਾ ਹੈ। ਸੋ ਐਸੀਆਂ ਬਿਰਤੀਆਂ ਵੀ ਮਨੁੱਖਾਂ ਦੀਆਂ ਸੰਸਾਰ ਵਿੱਚ ਹੈਗੀਆਂ ਨੇ। ਸੋ ਸਾਹਿਬ ਰਹਿਮਤ ਕਰਦੇ ਨੇ ਇੱਥੇ ਕਿ ਸਤ ਸੰਗਤ ਵੀ, ਗੁਰੂ ਦੇ ਬਚਨ ਵੀ ਸਾਗਰ ਦੀ ਤਰ੍ਹਾਂ ਨੇ। ਤੂੰ ਸਾਗਰੋ ਰਤਨਾਗਰੋ ਹੰਸਾਰ ਨ ਜਾਣਾ ਤੇਰੀ ਰਾਮ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਸਪਸ਼ਟ ਹੀ ਕਹਿ ਦਿੱਤਾ ਸਾਹਿਬਾਂ ਨੇ ਬਚਨ ਬਖਸ਼ਿਸ਼ ਕਰਕੇ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਔਰ ਲਾਲ ਗੁਰੂ ਦੇ ਸਿੱਖਿਆ ਦੇ ਵਿੱਚ, ਗੁਰੂ ਦੇ ਬਚਨਾਂ ਵਿੱਚ ਉਹ ਅਮੋਲਕ ਲਾਲਾਂ ਵਰਗੇ ਉਹ ਕੀਮਤੀ ਨੇ। ਗੁਰੂ ਦੇ ਬਚਨ ਲਾਲ ਜਵੇਹਰ ਭਰੇ ਭੰਡਾਰ, ਤੋਟ ਨਾ ਆਵੇ ਜਪ ਨਿਰੰਕਾਰ। ਹੁਣ ਜਿਹੜਾ ਆਪਣੀ ਮਤ ਵਿੱਚ ਗੁਰੂ ਦੇ ਬਚਨਾਂ ਨੂੰ ਧਾਰਨ ਕਰ ਲੈਂਦਾ ਹੈ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਪੂਰੇ ਗੁਰੂ ਦੀ ਸਿੱਖਿਆ ਨੂੰ ਕੋਈ ਧਾਰਨ ਕਰ ਲਵੇ ਤਾਂ ਮਨ ਵਿੱਚ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ। ਗੁਰੂ ਦੇ ਬਚਨਾਂ ਦਾ, ਗੁਰੂ ਦੀ ਸਿੱਖਿਆ ਦਾ, ਗੁਰੂ ਦੇ ਉਪਦੇਸ਼ ਦਾ ਚਾਨਣ ਚਾਨਣ ਪ੍ਰਕਾਸ਼ ਪ੍ਰਕਾਸ਼ ਹੋ ਜਾਂਦਾ ਹੈ। ਔਰ ਇਹਨਾਂ ਪ੍ਰਕਾਸ਼ ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਜਿੱਥੇ ਦੁਬਿਧਾ ਦਾ, ਭਰਮ ਦਾ, ਸ਼ੰਕਾ ਲਈ ਕੋਈ ਥਾਂ ਨਹੀਂ ਹੁੰਦੀ, ਸਪਸ਼ਟਤਾ ਹੋ ਜਾਂਦੀ ਹੈ ਜੀਵਨ ਦੇ ਮਨੋਰਥ ਦੀ ਕਿ ਮੈਂ ਆਇਆ ਕੀ ਕਰਨਾ, ਮੈਂ ਕੀ ਕਰਨਾ ਤੇ ਮੈਂ ਕੀ ਨਹੀਂ ਕਰਨਾ, ਮੈਂ ਕਿਹੜੀ ਚੀਜ਼ ਨੂੰ ਤਿਆਗਣਾ ਹੈ ਤੇ ਕਿਹੜੇ ਕੰਮਾਂ ਨੂੰ ਅਪਣਾਉਣਾ ਹੈ। ਬਿਲਕੁਲ ਗੁਰੂ ਦੇ ਬਚਨਾਂ ਦੇ ਚਾਨਣ ਦੇ ਵਿੱਚ, ਰੋਸ਼ਨੀ ਵਿੱਚ ਬਿਲਕੁਲ ਕਲੈਰਿਟੀ ਹੋ ਜਾਂਦੀ ਹੈ, ਸਪਸ਼ਟਤਾ ਹੋ ਜਾਂਦੀ ਹੈ। ਸੋ ਇੱਥੇ ਸਾਹਿਬ ਬਚਨ ਬਖਸ਼ਿਸ਼ ਕਰ ਰਹੇ ਨੇ ਕਿ ਬੇਨਤੀ ਕਰਨੀ ਹੈ ਪੂਰੇ ਗੁਰੂ ਅੱਗੇ, ਹਮ ਚਾਤ੍ਰਿਕ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ। ਗੁਰਦੇਵ ਪਿਤਾ ਨੇ ਪਪੀਹੇ ਦੇ, ਬਬੀਹੇ ਦੇ, ਚਾਤ੍ਰਿਕ ਦੇ ਅਲੰਕਾਰ ਬਾਣੀ ਵਿੱਚ ਬਹੁਤ ਪਾਵਨ ਬਚਨਾਂ ਵਿੱਚ ਬਖਸ਼ਿਸ਼ ਕੀਤੇ ਨੇ ਕਿ ਜਿਹੜੇ ਉਹਦੇ ਪਿਆਰ ਦੇ ਵਿੱਚ, ਉਹਦੀ ਪ੍ਰੀਤ ਵਿੱਚ ਪਿਆਸੇ ਹੁੰਦੇ ਨੇ, ਉਹ ਬਬੀਹੇ ਦੀ ਤਰ੍ਹਾਂ ਹੁੰਦੇ ਨੇ। ਤੇ ਉਹ ਸਵਾਤੀ ਬੂੰਦ ਜਿਹੜੀ ਦੱਸਦੇ ਨੇ ਕਿ ਬੜੀ ਨਿਰਮਲ ਬੂੰਦ ਹੁੰਦੀ ਹੈ, ਜਲ ਦੀ, ਆਕਾਸ਼ ਤੋਂ ਵਰਸਦੀ ਹੈ। ਜਦੋਂ ਤੱਕ ਉਹ ਮੂੰਹ ਵਿੱਚ ਬੂੰਦ ਨਾ ਪਵੇ ਤਾਂ ਕਿੰਨੀ ਵਰਖਾ ਹੁੰਦੀ ਰਹੇ, ਬਬੀਹਾ ਤ੍ਰਿਪਤ ਨਹੀਂ ਹੁੰਦਾ। ਤੇ ਕਹਿੰਦੇ ਜਿਨ੍ਹਾਂ ਨੂੰ ਉਹਦੇ ਨਾਲ ਪ੍ਰੀਤ ਲੱਗ ਜਾਂਦੀ ਹੈ, ਔਰ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਤਾਂ ਉਹਨਾਂ ਲਈ ਤਾਂ ਅਵਸਥਾ ਜਿਵੇਂ ਗੁਰਦੇਵ ਪਿਤਾ ਬਖਸ਼ਿਸ਼ ਕਰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਵਾਂ, ਕਿ ਜੇ ਤੁਹਾਡੀ ਉਸਤਤ ਕਰਦਾ, ਤੁਹਾਡੀ ਰਹਿਮਤ ਸਦਕਾ ਤਾਂ ਮੈਨੂੰ ਲੱਗਦਾ ਮੈਂ ਜਿਉਂਦਾ, ਤੇ ਜੇ ਕਿਸੇ ਖਿਨ ਪਲ ਵਿੱਚ ਆਪਣੀ ਮਤ ਕਰਕੇ ਛਿਨ ਪਲ ਲਈ ਵਿਸਾਰ ਦਿੰਦਾ ਤਾਂ ਮੈਨੂੰ ਲੱਗਦਾ ਵੀ ਮੇਰੀ ਮੌਤ ਹੈ। ਔਰ ਸਾਹਿਬਾਂ ਨੇ ਬਚਨ ਵੀ ਬਖਸ਼ਿਸ਼ ਕੀਤੇ ਨੇ, ਜੀਵੋ ਨਾਮ ਸੁਣੀ ਜੋ ਸੁਪ੍ਰਸੰਨ ਭਏ ਗੁਰ ਪੂਰੇ, ਤਬ ਮੇਰੀ ਆਸ ਸੁਣੀ।
ਕਹਿੰਦੇ ਮੈਂ ਤੁਹਾਡਾ ਨਾਮ ਸੁਣ ਕੇ ਜਿਉਣਾ। ਜੇ ਨਾਮ ਦੀ ਆਵਾਜ਼ ਨਹੀਂ ਪੈਂਦੀ, ਸੁਰਤ ਵਿੱਚੋਂ ਨਹੀਂ ਜਾਂਦੀ, ਤਾਂ ਮੈਨੂੰ ਲੱਗਦਾ ਕਿ ਮੈਂ ਹੈ ਹੀ ਨਹੀਂ, ਮੈਂ ਮਰਿਆ ਹੋਇਆ। ਉਹ ਕਹਿੰਦੇ ਲੇਕਿਨ ਜਦੋਂ ਗੁਰੂ ਪ੍ਰਸੰਨ ਹੁੰਦੇ ਨੇ, ਰਹਿਮਤ ਕਰਦੇ ਨੇ, ਦਇਆ ਕਰਦੇ ਨੇ, ਜੋ ਸੁਪ੍ਰਸੰਨ ਭਏ ਗੁਰ ਪੂਰੇ, ਤੋ ਮੇਰੀ ਆਸ ਪੁੰਨੀ, ਤਾਂ ਮੇਰੀ ਆਸ ਨੂੰ ਪੂਰੀ ਕਰ ਦਿੰਦੇ ਨੇ। ਆਸ ਤੇ ਆਸੀ ਮੈਂ ਫਿਰੋਂ, ਜਿਹੜੀਆਂ ਉਹਦੇ ਦਰਸ਼ਨਾਂ ਦੀ ਤਾਂਗ ਦੀ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਫਿਰਹਿ ਮਿਲਾਏ। ਤੇ ਜਿਨ੍ਹਾਂ ਨੂੰ ਤੜਪ ਹੈ ਉਹ ਇਸ ਤਰ੍ਹਾਂ ਪੁਕਾਰਦੇ ਨੇ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਵਡ ਭਾਗੀ। ਮੇਰੇ ਹਰ ਪ੍ਰੀਤਮ ਕੀ ਜੋ ਬਾਤ ਸੁਣਾਵੇ, ਅਨ ਦਿਨ ਫਿਰੋਂ ਤਿਸ ਪਿਛੈ ਬੈਰਾਗੀ। ਕਹਿੰਦੇ ਜਿਹੜੇ ਮੈਨੂੰ ਉਹਦੀ ਗੱਲ ਸੁਣਾਵੇ, ਮੈਂ ਉਹਦੇ ਪਿੱਛੇ ਪਿੱਛੇ ਉਹਦੀ ਸਿਫਤ ਕਰਦਿਆਂ ਹੋਇਆਂ, ਉਹਦੇ ਤਰਲੇ ਕਰਦਿਆਂ ਹੋਇਆਂ ਕਿ ਮੈਨੂੰ ਉਹਦੀ ਬਾਤ ਸੁਣਾਓ, ਮੈਂ ਪਿੱਛੇ ਪਿੱਛੇ ਘੁੰਮਾਂ, ਅਦਬ ਕਰਾਂ, ਸਤਿਕਾਰ ਕਰਾਂ। ਤੇ ਪੂਰੇ ਗੁਰੂ ਤੋਂ ਇਲਾਵਾ ਹੋਰ ਕੋਈ ਸ਼ਖਸੀਅਤ ਨਹੀਂ ਸੰਸਾਰ ਵਿੱਚ। ਹਮ ਚਾਤ੍ਰਿਕ ਦੀਨ, ਕਹਿੰਦੇ ਅਸੀਂ ਬਬੀਹੇ ਵਰਗੇ, ਚਾਤ੍ਰਿਕ ਵਰਗੇ ਪਿਆਸੇ ਹਾਂ, ਦੀਨ ਹਾਂ, ਨਿਮਾਣੇ ਹਾਂ। ਕਿਉਂਕਿ ਜਿਹੜੀ ਸਵਾਤੀ ਬੂੰਦ ਜਿਹਦੇ ਨਾਲ ਅਸੀਂ ਤ੍ਰਿਪਤ ਹੋਣਾ ਹੈ, ਜਿਹਦੇ ਨਾਲ ਸਾਡੀ ਪਿਆਸ ਬੁਝਣੀ, ਉਹ ਸਤਿਗੁਰੂ ਕੋਲ ਹੈ, ਤੁਹਾਡੇ ਕੋਲ ਹੈ। ਇਸ ਕਰਕੇ ਤੁਹਾਡੀ ਸ਼ਰਨ ਆਏ ਹਾਂ। ਸਾਹਿਬਾਂ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ ਨਾ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਜਲ ਬਿਨਾ। ਇਹ ਸਾਰਾ ਸੰਸਾਰ ਕਿਸੇ ਨਾ ਕਿਸੇ ਉਹ 5 ਰੋਗਾਂ ਦੇ ਵਿੱਚ, ਅੱਗੋਂ ਉਹਨਾਂ ਦੀ ਐਕਸਟੈਂਡਡ ਫੈਮਿਲੀ ਦੇ ਉਹਨਾਂ ਰੋਗਾਂ 'ਚ ਦੱਸਿਆ ਹੋਇਆ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਗੁਰੂ ਦੇ ਬਚਨ ਐਸੇ ਅੰਮ੍ਰਿਤ ਰੂਪੀ ਦਵਾਈ ਨੇ, ਐਸੇ ਅੰਮ੍ਰਿਤ ਰੂਪੀ ਉਹ ਨਿਰਮਲ ਪਾਵਨ ਜਲ ਹੈ, ਜਿਹੜੇ ਜਿਹੜੇ ਚੱਖ ਲੈਂਦੇ ਨੇ ਉਹ ਸੱਚਮੁੱਚ ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਰੋਗ ਮੁਕਤ ਹੋ ਜਾਂਦੇ ਨੇ। ਹਮ ਚਾਤ੍ਰਿਕ ਦੀਨ, ਅਸੀਂ ਨਿਮਾਣੇ ਪਪੀਹੇ ਦੀ ਤਰ੍ਹਾਂ ਪਿਆਸੇ, ਤੁਹਾਡੀ ਸ਼ਰਨ ਆਏ ਹਾਂ ਹੇ ਸਤਿਗੁਰੂ ਗੁਰਦੇਵ ਪਿਤਾ। ਔਰ ਤੁਸੀਂ ਤਰਸ ਕਰਦੇ ਹੋ, ਜਿਹੜੇ ਐਸੀ ਭਾਵਨਾ ਨਾਲ ਆਉਂਦੇ ਹੋ, ਹਰ ਹਰ ਨਾਮ ਬੂੰਦ ਮੁਖ ਪਾਏ। ਤੁਸੀਂ ਹਰੀ ਦੇ ਨਾਮ ਦੀ ਸਿਫਤ ਸਲਾਹ ਦੀ ਉਹ ਬੂੰਦ ਜਿਹੜੀ ਹੈ, ਪਿਆਸੇ ਜਿਹੜੇ ਆਉਂਦੇ ਨੇ ਤੁਹਾਡੇ ਕੋਲ, ਉਹਨਾਂ ਦੇ ਮੂੰਹ ਦੇ ਵਿੱਚ ਪਾਉਂਦੇ ਹੋ। ਔਰ ਹਰ ਜਲ ਨਿਧ, ਹਰੀ ਜਿਹੜਾ ਹੈ ਉਹ ਮਾਨੋ ਜਲ ਦਾ ਖਜ਼ਾਨਾ ਹੈ, ਸਾਗਰ ਹੈ। ਹਮ ਜਲ ਕੇ ਮੀਨੇ, ਤੇ ਅਸੀਂ ਜਲ 'ਚ ਰਹਿਣ ਵਾਲੀਆਂ ਮੱਛੀਆਂ ਹਾਂ। ਜਨ ਨਾਨਕ ਜਲ ਬਿਨ ਮਰੀਐ ਜੀਉ। ਭਾਵ ਤੁਹਾਡੀ ਰਹਿਮਤ ਸਦਕਾ ਹੁਣ ਜੀਵਨ ਐਸਾ ਹੋ ਗਿਆ ਹੈ, ਮਾਲਕ ਨਾਲ ਐਸੀ ਪ੍ਰੀਤ ਬਣ ਆਈ ਹੈ ਕਿ ਐਸਾ ਲੱਗਦਾ ਹੈ ਕਿ ਜਿਵੇਂ ਪਾਣੀ ਤੋਂ ਬਿਨਾਂ ਮੱਛੀਆਂ ਰਹਿ ਨਹੀਂ ਸਕਦੀਆਂ, ਮੱਛੀਆਂ ਦੀ ਮੌਤ ਹੋ ਜਾਂਦੀ ਹੈ। ਉਸ ਮਾਲਿਕ ਦੀ ਸਿਫਤ ਸਲਾਹ ਕੀਤੇ ਬਿਨਾਂ ਸਾਨੂੰ ਇੱਕ ਪਲ ਛਿਨ ਵੀ ਚੈਨ ਨਹੀਂ ਆਉਂਦਾ, ਅਸੀਂ ਤੜਪਦੀਆਂ ਹਾਂ। ਅਸੀਂ ਉਸ ਜਲ ਰੂਪੀ, ਉਸ ਨਿਰੰਕਾਰ ਜੋ ਜਲ ਦਾ ਸਾਗਰ ਹੈ, ਅੰਮ੍ਰਿਤ ਰੂਪੀ ਜਲ ਦਾ ਸਾਗਰ ਹੈ, ਅਸੀਂ ਉਹਦੇ 'ਚ ਨਿਵਾਸ ਕਰਨ ਵਾਲੀਆਂ ਮੱਛੀਆਂ। ਸਾਡਾ ਜੀਵਨ ਉਹਨਾਂ ਤੇ ਹੀ ਨਿਰਭਰ ਹੈ, ਉਹਨਾਂ ਦੇ ਸੰਗ ਤੇ ਨਿਰਭਰ ਹੈ, ਉਹਨਾਂ ਦੀ ਸੰਗਤ ਤੇ ਨਿਰਭਰ ਹੈ। ਉਹਨਾਂ ਦਾ ਸੰਗ ਹੈ ਤਾਂ ਜੀਵਨ ਹੈ, ਜੇ ਉਸ ਤੋਂ ਬਾਹਰ ਆ ਅਸੀਂ ਤਾਂ ਸਾਨੂੰ ਲੱਗਦਾ ਵੀ ਸਾਡੀ ਮੌਤ ਹੈ। ਜਨ ਨਾਨਕ ਜਲ ਬਿਨ ਮਰੀਐ ਜੀਉ। ਨਾਨਕ ਇਹ ਆਖਦਾ ਹੈ ਕਿ ਨਾਮ ਰੂਪੀ ਜਲ ਤੋਂ ਬਿਨਾ ਅਸੀਂ ਤੜਪ ਤੜਪ ਕੇ ਮਾਨੋ ਮਰ ਜਾਂਦੀਆਂ ਹਾਂ। ਸੋ ਤੁਸੀਂ ਦਇਆ ਕਰੋ, ਅਸੀਂ ਪਵੀਹੇ ਦੇ ਰੂਪ ਦੇ ਵਿੱਚ ਜਾਚਕ ਬਣ ਕੇ ਤੁਹਾਡੇ ਦਰ ਤੇ ਆਏ ਹਾਂ। ਸਾਨੂੰ ਤਰਸ ਕਰਕੇ ਉਸ ਮਾਲਿਕ ਦੀ ਸਿਫਤ ਸਲਾਹ ਦੀ, ਨਿਰੰਕਾਰ ਦੇ ਹਰੀ ਦੇ ਗੁਣ ਅਸੀਂ ਫੜੀਏ, ਹਰੀ ਦੇ ਗੁਣ ਅਸੀਂ ਗੁਣੀਏ, ਹਰੀ ਦੇ ਨਾਮ ਦੀ ਕਥਾ ਸੁਣੀਏ। ਸੰਗਤ ਰੂਪੀ ਇਕੱਠ ਕਰਕੇ ਅਸੀਂ ਮੇਲ ਕਰਕੇ ਉਸ ਮਾਲਿਕ ਦੇ ਗੁਣਾਂ ਦੀ ਵਿਚਾਰ ਕਰੀਏ, ਸੁਨੇਹਾ ਸੁਣੀਏ, ਉਹਨਾਂ ਦਾ ਉਪਦੇਸ਼ ਸੁਣੀਏ, ਤਾਂ ਕਿ ਸਾਡੇ ਜੀਵਨ ਦਾ ਉਧਾਰ ਹੋ ਜਾਵੇ। ਇਹ ਜੀਵਨ ਜਿਹੜਾ ਜਗ ਦੁੱਤਰ ਸਾਗਰ ਜਿਹੜਾ ਹੈਗਾ, ਹਰ ਹਰ ਨਾਮ ਕਥਾ ਨਿਤ ਸੁਣੀਏ, ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁੱਤਰ ਤਰੀਏ ਜੀਓ।
ਇਹ ਦੁਸ਼ਵਰ ਸਾਗਰ ਜਿਹੜਾ ਭਿਆਨਕ ਸਾਗਰ ਹੈ, ਜਿੱਥੇ ਹਰ ਪਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਫਾਨ ਵਿੱਚ ਰਹਿੰਦੀਆਂ ਨੇ ਤੇ ਹਰ ਪਲ ਡੁੱਬਣ ਦੀ ਖਤਰਾ ਬਣਿਆ ਰਹਿੰਦਾ ਹੈ। ਅਸੀਂ ਉਹਨਾਂ ਤੋਂ ਤੁਹਾਡੀ ਕਿਰਪਾ ਸਦਕਾ ਬਚ ਕੇ ਅਸੀਂ ਆਪਣੇ ਮੰਜ਼ਿਲ ਤੇ ਪਹੁੰਚ ਸਕੀਏ, ਸਾਗਰ ਪਾਰ ਕਰ ਸਕੀਏ। ਸੋ ਇਹ ਸੰਖੇਪ ਦੀਆਂ ਵਿਚਾਰਾਂ, ਸਿਹਤ ਮਾੜੀ ਮੋਟੀ ਢਿੱਲੀ ਮੱਠੀ ਹੋਣ ਦੇ ਬਾਵਜੂਦ ਤੁਸੀਂ ਸੰਗਤ ਨੇ ਅਸੀਸ ਬਖਸ਼ਿਸ਼ ਕੀਤੀ ਹੈ, ਉਦਮ ਬਖਸ਼ਿਸ਼ ਕੀਤਾ ਹੈ। ਗੁਰਦੇਵ ਪਿਤਾ ਨੇ, ਨਿਰੰਕਾਰ ਪਿਤਾ ਨੇ ਅਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਲਈ ਹੈ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ, ਗਲਤੀਆਂ, ਤੁੱਟੀਆਂ ਲੱਗੀਆਂ ਹੋਈਆਂ ਹੋਣੀਆਂ, ਅਣਜਾਣ ਮੂਰਖ ਜਾਣ ਕੇ ਬਖਸ਼ ਲੈਣੀਆਂ। ਇਸ ਕੀੜੇ ਕਰਮ ਤੇ ਤਰਸ ਕਰਕੇ ਅਸੀਸ ਬਖਸ਼ਿਸ਼ ਕਰਨੀ ਕਿ ਪਾਤਸ਼ਾਹ ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਦਰ ਘਰ ਦੀ ਸੰਗਤ ਦੀ ਸੇਵਾ ਦਿੰਦੇ ਰਹਿਣ। ਔਰ ਨਾਲ ਹੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਸ ਤਰ੍ਹਾਂ ਮਹਾਮਾਰੀ ਨੇ, ਕਰੋਨਾ ਨੇ ਮਾਨੋ ਮੌਤ ਦਾ ਤਾਂਡਵ ਮਚਾਇਆ ਹੋਇਆ, ਆਪਾਂ ਸਾਰਿਆਂ